ਦੇ ਕਿ ਤੁਸੀਂ ਇਸ ਕੰਟਰੀ ਦੇ ਵਿੱਚ 5 ਸਾਲ ਦੇ ਵਿੱਚ ਗਰੋ ਕਰ ਜਾਂਦੇ ਆ। ਜੇ ਤੁਸੀਂ 5 ਸਾਲ ਦੇ ਵਿੱਚ ਨਹੀਂ ਕਰਦੇ ਤਾਂ ਜਿਹੜਾ ਮੈਂ ਕਹਿੰਦਾ ਕਿ ਤੁਹਾਨੂੰ ਕਿਸੇ ਵੀ ਰਾਈਟਰ ਨਾਲ ਕੰਮ ਕਰਦੇ ਨਾ ਤੁਹਾਨੂੰ ਤੇ ਵਿਸ਼ਵਾਸ ਰੱਖਣਾ ਚਾਹੀਦਾ। ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਵਾਰਿਸ ਹੰਸ ਗੌਸਿਪ ਔਨ ਰੋਡਸ ਤੁਹਾਡਾ ਸਾਰਿਆਂ ਦਾ ਬਹੁਤ ਸਾਰਾ ਸਵਾਗਤ ਆ। ਸੋ ਅੱਜ ਦੇ ਐਪੀਸੋਡ 'ਚ ਮੇਰੇ ਨਾਲ ਨੇ ਹਰਦੀਪ ਘੁੰਮਣ। ਕੀ ਹਾਲ ਹੈ ਮੇਰੇ? ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਠੀਕ ਠਾਕ ਹੋ? ਸੋ ਅੱਜ ਨਾਲੇ ਕਰਦੇ ਹਾਂ ਤੁਹਾਡੇ ਨਾਲ ਗੱਲਾਂ, ਸੋ ਨਾਲੇ ਤੁਹਾਡੀ ਫੀਲਡ ਦੀਆਂ ਬਹੁਤ ਸਾਰੀਆਂ ਗੱਲਾਂ। ਚਲੀਏ ਜੀ? ਜ਼ਰੂਰ ਜੀ। ਚਲੋ ਠੀਕ ਹੈ ਜੀ। ਸੋ ਵੀਰੇ ਪਹਿਲਾਂ ਮੈਂ ਤੁਹਾਨੂੰ ਇਹੀ ਗੱਲ ਪੁੱਛਦਾ, ਕਿਤੇ ਇਹ ਵੀ ਨਾ ਕਿਹੋ ਕਿ ਪਹਿਲਾਂ ਸਾਹ ਨਹੀਂ ਲੈਣ ਦਿੱਤਾ, ਸਿੱਧਾ ਹੀ ਸਵਾਲ ਤੇ ਆ ਗਿਆ। ਇਹ ਨਹੀਂ, ਗੱਲ ਇਹ ਆ ਕਿ ਆਪਣਾ ਮੈਂ ਤੁਹਾਨੂੰ ਨਿੱਕਾ ਜਿਹਾ ਕਨਸੈਪਟ ਦੱਸ ਦਿੰਦਾ ਵੀ ਆਪਣੀ ਐਪੀਸੋਡ ਦਾ ਕੀ ਆ ਕਿ ਗੌਸਿਪ ਹੀ ਆ ਬਸ। ਵੀ ਤੁਸੀਂ ਇਹ ਲਾ ਲਓ ਕਿ ਗੱਲਾਂ ਦੇ ਵਿੱਚ ਸਾਨੂੰ ਇਹ ਹੁੰਦਾ ਕਿ ਸਾਰੇ ਸਵਾਲ ਵੀ ਜਿਹੜੇ ਲੋਕਾਂ ਦੀਆਂ ਹੁੰਦੇ ਨੇ ਐਕਚੁਅਲ ਹੈ ਨਾ, ਲੋਕਾਂ ਤੱਕ ਪਹੁੰਚ ਜਾਣ। ਹਾਂਜੀ। ਸੋ ਮੇਰਾ ਸਭ ਤੋਂ ਪਹਿਲਾਂ ਇਹੀ ਸੀਗਾ ਕਿ ਤੁਸੀਂ ਇਹ ਫੀਲਡ ਨੂੰ ਕਿਵੇਂ ਚੁਣਿਆ? ਬਸ ਰੀਅਲ ਸਟੇਟ ਕਿਉਂ ਚੁਣਨ ਦਾ ਕਾਰਨ ਇਹੀ ਹੈ, ਮੇਰਾ ਇੱਥੇ ਕੈਨੇਡਾ ਤੇ ਆਉਣ ਤੋਂ ਪਹਿਲਾਂ ਸਾਡੇ ਬਜ਼ੁਰਗਾਂ ਦਾ ਮੇਰੇ ਗ੍ਰੈਂਡਫਾਦਰ ਹੋਣਾ ਸਾਡਾ ਰੀਅਲ ਸਟੇਟ ਦਾ ਕੰਮ ਹੀ ਸੀ ਇੰਡੀਆ ਵਿੱਚ ਵੀ। ਉਸ ਤੋਂ ਬਾਅਦ ਮੈਂ ਕਾਲਜ ਲਾਈਫ ਤੋਂ ਹੀ ਉੱਥੇ ਚੰਡੀਗੜ੍ਹ ਚਲਾ ਗਿਆ, ਉੱਥੇ ਵੀ ਮੈਂ ਰੀਅਲ ਸਟੇਟ ਕੀਤੀ। ਇਹਨੂੰ ਮੈਂ ਆਪਣੀ ਹੌਬੀ ਦੀ ਤਰ੍ਹਾਂ ਕਰਦਾ, ਮੈਂ ਪ੍ਰੋਫੈਸ਼ਨ ਦੀ ਤਰ੍ਹਾਂ ਦਾ ਕਰਦਾ ਨਾਲ ਇੱਕ ਮੈਨੂੰ ਹੌਬੀ ਆ। ਮੈਨੂੰ ਜਿਸ ਕੰਮ ਕਰਕੇ ਸਕੂਨ ਮਿਲਦਾ ਹੋਵੇ ਨਾ, ਉਹ ਕੰਮ ਕਰਨ ਵਿੱਚ ਇੱਕ ਅਲੱਗ ਮਜ਼ਾ ਆ। ਸੋ ਇਸ ਤਰ੍ਹਾਂ ਮੈਂ ਆਪਣਾ ਇਹ ਪ੍ਰੋਫੈਸ਼ਨ ਇੱਥੇ ਆ ਕੇ ਵੀ ਚੂਜ਼ ਕਰ ਲਿਆ ਤੇ ਮੈਂ ਸਟਾਰਟ ਕਰਤਾ। ਕਹਿਣ ਦਾ ਮੀਨਸ ਤੁਹਾਡੇ ਕੋਲ ਦੋ ਕੰਟਰੀਆਂ ਦਾ ਕਹਿ ਲਓ ਕਿ ਰੀਅਲ ਏਸਟੇਟ ਦਾ ਐਕਸਪੀਰੀਅੰਸ ਆ, ਇੰਡੀਆ ਦੀ ਮਾਰਕੀਟ ਦਾ ਵੀ ਤਾਂ ਇੱਥੇ ਦਾ ਵੀ ਤੁਸੀਂ ਕਹਿ ਸਕਦੇ ਆ ਆਫਿਸ ਜਾਂ ਉੱਥੇ ਦਾ ਐਕਸਪੀਰੀਅੰਸ ਹੈਗਾ ਆ, ਤੇ ਇੱਥੇ ਦਾ ਵੀ ਉੱਥੇ ਦਾ ਐਕਸਪੀਰੀਅੰਸ ਆਪਣੇ ਬਜ਼ੁਰਗਾਂ ਕੋਲ ਸਿੱਖਿਆ। ਇੱਥੇ ਅਸੀਂ ਆ ਕੇ ਆਪ ਲਰਨ ਕਰਦੇ ਆ। ਹਰ ਇੱਕ ਕੰਟਰੀ ਦਾ ਆਪੋ ਆਪਣਾ ਵੇ ਹੁੰਦਾ, ਪਰ ਇਸ ਕੰਟਰੀ ਦੇ ਮੈਨੂੰ ਬੜਾ ਵਧੀਆ ਲੱਗਾ। ਤੁਸੀਂ ਲਰਨ ਕਰਦੇ ਆ, ਸਿਸਟਮ ਦੇ ਨਾਲ ਚੱਲਦੇ ਆ। ਦੈਟਸ ਵਾਈ ਮੈਂ ਇੱਥੇ ਆ ਗਿਆ। That's why I came over, ਹੈ ਨਾ। ਵੈਸੇ ਵੀਰੇ ਮੈਂ ਕਿਸੇ ਮਾਰਕੀਟ ਨੂੰ ਲਾਈਕ ਕੰਪੈਰੀਜ਼ਨ ਨਹੀਂ ਕਰਦਾ, ਮੇਬੀ ਸ਼ਾਇਦ ਉਹ ਚੀਜ਼ ਥੋੜੀ ਜਿਹੀ ਅਲੱਗ ਵੀ ਹੋਊਗੀ। ਵੈਸੇ ਇੰਡੀਆ ਦੀ ਮਾਰਕੀਟ 'ਚ ਜਿੱਦਾਂ ਤੁਸੀਂ ਕੰਮ ਕੀਤਾ, ਇੰਡੀਆ ਤੇ ਇੱਥੇ ਦੀ ਮਾਰਕੀਟ 'ਚ ਕੋਈ ਡਿਫਰੈਂਸ ਹੈਗਾ? ਜਿਹੜਾ ਕੰਮ ਕਰਨ ਦਾ ਜਿਹੜਾ ਵੇ ਹੁੰਦਾ ਉਹਦੇ 'ਚ ਨਹੀਂ ਕੋਈ ਡਿਫਰੈਂਸ ਹੁੰਦਾ। ਮਾਰਕੀਟ ਹਰ ਕੰਟਰੀ ਦੀ ਆਪੋ ਆਪਣੀ ਹੁੰਦੀ। ਅੱਛਾ, ਉਹ ਡਿਫਰੈਂਟ ਹਾਂ, ਪਰ ਕੰਮ ਕਰਨ ਦਾ ਜਿਹੜਾ ਵੇ ਹੁੰਦਾ ਆ ਉਹ ਤੁਹਾਡਾ ਉਹ ਸੇਮ ਹੁੰਦਾ ਹਰ ਜਗ੍ਹਾ। ਠੀਕ ਆ। ਤਾਂ ਹੁਣ ਜਿੱਦਾਂ ਵੀਰੇ ਇੱਥੇ ਆ ਗਏ, ਮੰਨ ਲਓ ਹੁਣ ਤੁਹਾਡੇ ਕੋਲ ਇੱਥੇ ਦਾ ਵੀ ਕਹਿ ਲਓ ਕਿ ਲੋਟਸ ਆਫ ਐਕਸਪੀਰੀਅੰਸ ਹੈ ਨਾ, ਇੰਨੇ ਸਾਲ ਹੋ ਗਏ ਤੁਹਾਨੂੰ ਕੰਮ ਕਰਦਿਆਂ ਨੂੰ ਜੀ। ਜੇ ਬੇਸਿਕ ਬਿਲਕੁਲ ਆਪਾਂ ਇੱਕ ਗੱਲ ਸਟਾਰਟ ਕਰੀਏ ਕਿ ਮੰਨ ਲਓ ਜਿਸ ਬੰਦੇ ਨੇ, ਕੋਈ ਨਵਾਂ ਬੰਦਾ ਆਇਆ ਹੈ ਨਾ, ਹਰ ਬੰਦੇ ਦਾ ਇੱਕ ਡ੍ਰੀਮ ਸੁਪਨਾ ਹੁੰਦਾ ਕਿ ਘਰ ਅੱਜ ਨਹੀਂ ਤਾਂ ਕੱਲ ਉਹਨੇ ਲੈਣਾ ਹੀ ਲੈਣਾ ਆ, ਕਿਉਂਕਿ ਚਾਹੇ ਬੰਦੇ ਦੀ ਐਜ਼ ਆ ਕੱਲ ਨੂੰ ਫੈਮਿਲੀ ਬਣਾਉਣੀ ਹੁੰਦੀ ਆ, ਰਾਈਟ, ਹੈ ਨਾ। ਸੋ ਘਰ ਲੈਣਾ ਬਾਅਦ ਦੀ ਗੱਲ ਹੁੰਦੀ ਆ, ਸਭ ਤੋਂ ਪਹਿਲਾਂ ਹੁੰਦੀ ਆ ਕਿ ਬੰਦੇ ਨੂੰ ਉਸ ਚੀਜ਼ ਦੀ ਨੌਲੇਜ ਹੋਵੇ, ਰਾਈਟ, ਹੈ ਨਾ। ਸੋ ਤੁਹਾਡੇ ਅਕੋਰਡਿੰਗਲੀ ਉਹ ਬੇਸਿਕ ਚੀਜ਼ਾਂ ਕਿਹੜੀਆਂ ਨੇ ਬੰਦੇ ਨੂੰ ਜਿਹੜੀਆਂ ਸਭ ਤੋਂ ਪਹਿਲਾਂ ਦੇਖਣੀਆਂ ਚਾਹੀਦੀਆਂ? ਬੜਾ ਵਧੀਆ ਕੁਐਸਚਨ ਆ। ਬੇਸਿਕਲੀ ਹੁੰਦਾ ਕਿ ਆਪਾਂ ਸਾਰੇ ਚਾਹੁੰਦੇ ਆ, ਹਰ ਕਿਸੇ ਦਾ ਡ੍ਰੀਮ ਹੁੰਦਾ ਕਿ ਅਸੀਂ ਘਰ ਲਈਏ। ਹਾਂਜੀ। ਪਰ ਘਰ ਲੈਣ ਤੋਂ ਪਹਿਲਾਂ ਕਿ ਸਾਡੀਆਂ ਜਿਹੜੀਆਂ ਇਨੀਸ਼ੀਅਲ ਸਟੇਜ ਆ ਤੁਹਾਡੇ ਕੁਐਸਚਨ ਦੇ ਅਕੋਰਡਿੰਗ ਉਹ ਕੀ ਨੇ, ਸਾਨੂੰ ਸਮਝ ਨਹੀਂ ਹੁੰਦੀ ਜੀ। ਕਈ ਵਾਰ ਕੀ ਹੁੰਦਾ ਹੈ ਕਿ ਬੰਦੇ 'ਚ ਕੈਪੇਬਿਲਿਟੀ ਹੁੰਦੀ ਆ ਘਰ ਲੈਣ ਦੀ, ਪਰ ਉਹਨੂੰ ਉਹਦੇ ਕਨਸੈਪਟ ਨਹੀਂ ਪਤਾ ਹੁੰਦਾ ਕਿ ਮੈਂ ਕਿਸ ਤਰ੍ਹਾਂ ਘਰ ਦੀ ਪ੍ਰੋਪਰਟੀ ਵਾਹਨ ਦੇ ਵਿੱਚ ਐਂਟਰ ਕਰਾਂ। ਕਿਉਂਕਿ ਮੈਂ ਆਲ ਦਾ ਟਾਈਮ ਆਲਵੇਜ਼ ਆਪਣੇ ਕਲਾਇੰਟਸ ਨਾਲ, ਆਪਣੇ ਭਰਾਵਾਂ ਨਾਲ, ਆਪਣੇ ਭਾਈਚਾਰੇ ਨਾਲ ਦੱਸਦਾ ਹੁੰਦਾ ਕਿ ਪ੍ਰੋਪਰਟੀ ਘਰ ਲੈਣਾ ਇੱਥੇ ਇੰਡੀਆ ਨੂੰ ਇੱਕ ਘਰ ਨਹੀਂ ਹੈਗਾ। ਆਪਾਂ ਘਰ ਲੈ ਕੇ ਬਹਿ ਗਿਆ, ਜੱਦੀ ਘਰ ਤਾਂ ਆਪਾਂ ਛੱਡਿਆ ਆਏ ਸਾਰੇ ਜਣੇ, ਠੀਕ ਹੈ। ਇਹ ਸਾਡਾ ਇੱਕ ਬਿਜ਼ਨਸ ਵੀ ਆ, ਸਾਡੀ ਇਨਵੈਸਟਮੈਂਟ ਵੀ ਆ, ਉਹਦੀ ਕ੍ਰੈਡੀਬਿਲਿਟੀ ਤੇ ਸਾਡੀ ਇੱਥੇ ਲਾਈਫ ਵੀ ਚੱਲਦੀ ਹੈ। ਠੀਕ ਹੈ ਜੀ। ਸੋ ਜਿਹੜਾ ਹੈ ਕਿ ਘਰ ਲੈਣਾ, ਉਹਦੇ ਕਨਸੈਪਟ ਕੀ ਹੋਣੇ ਚਾਹੀਦੇ ਆ, ਉਹਦੇ ਲਈ ਕੁਝ ਸਟੈਪਸ ਹੁੰਦੇ ਨੇ ਜਿਹੜੇ ਮੈਂ ਆਲ ਦਾ ਟਾਈਮ ਸਾਰਿਆਂ ਨੂੰ ਦੱਸਦਾ ਹੁੰਦਾ। ਉਹ ਤੁਸੀਂ ਸਟੈਪਸ ਨੂੰ ਫੋਲੋ ਕਰਦੇ ਆ ਤਾਂ ਹੀ ਤੁਸੀਂ ਉਹ ਘਰ ਲੈ ਸਕਦੇ ਆ। ਸਭ ਤੋਂ ਪਹਿਲਾਂ ਕਿ ਮੈਂ ਤੁਹਾਡੇ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ ਮੈਂ ਇੱਕ ਮਤਲਬ ਬੜਾ ਹੀ ਜ਼ਰੂਰੀ ਆ ਕ੍ਰੈਡਿਟ। ਜਦੋਂ ਤੁਸੀਂ ਇਸ ਕੰਟਰੀ 'ਚ ਆਉਂਦੇ ਆ ਨਾ, ਕਿ ਕਈ ਵਾਰ ਬੱਚਿਆਂ ਨੂੰ ਜਿਹੜਾ ਹੁਣ ਨਿਊ ਕਮਰਸ ਆਉਂਦੇ ਆ, ਕਈ ਮੈਂ ਦੇਖਿਆ ਇੱਥੇ ਸਟੂਡੈਂਟਸ ਸਾਡੇ ਭਰਾ ਆਏ ਆ, ਉਹਨਾਂ ਨੇ ਬੜੀ ਮਿਹਨਤ ਕੀਤੀ, ਬੜੀਆਂ ਤਰੱਕੀਆਂ ਕੀਤੀਆਂ ਨਾ, ਕਈ ਵਿਚਾਰੇ ਪਿੱਛੇ ਰਹਿ ਜਾਂਦੇ ਆ। ਕਿ ਉਹਨਾਂ ਦਾ ਕਾਰਨ ਕੁਛ ਇਹ ਹੋ ਜਾਂਦਾ ਆ, ਕੁਛ ਜਿਹੜੇ ਫੈਮਿਲੀ ਵੀ ਆਉਂਦੀਆਂ ਨਾ, ਕਿ ਕ੍ਰੈਡਿਟ ਕਿਸ ਤਰ੍ਹਾਂ ਬਿਲਡਅਪ ਰੱਖਣਾ ਸਾਨੂੰ ਪਤਾ ਹੋਣਾ ਚਾਹੀਦਾ ਹੈ। ਕਿ ਅਸੀਂ ਆਪਣਾ ਕਈ ਕੇਅਰ ਨਹੀਂ ਕਰਦੇ, ਉਹ ਕ੍ਰੈਡਿਟ ਕੁਛ $1000 ਨੂੰ ਕਰਕੇ ਆਪਣਾ ਕ੍ਰੈਡਿਟ ਨੂੰ ਪਿੱਛੇ ਲੈ ਜਾਂਦੇ ਆ, ਪਰ ਉਹਦੇ ਨਾਲ ਉਹ $1000 ਦਾ ਫਰਕ ਨਹੀਂ ਪੈਂਦਾ, ਉਹ ਕਈ ਸਾਲ ਪਿੱਛੇ ਪੈ ਜਾਂਦੇ ਆ। ਲੌਂਗ ਟਰਮ ਚੀਜ਼ ਖਰਾਬ ਹੋ ਜਾਂਦੀ ਹੈ। ਨਹੀਂ ਤਾਂ ਜਿਹੜਾ ਘਰ ਉਹ 1 ਸਾਲ ਬਾਅਦ ਲੈ ਸਕਦੇ ਆ, ਉਹ 2-3 ਸਾਲ ਪਿੱਛੇ ਚੱਲ ਜਾਂਦੇ ਆ, ਜਿਹਦੇ ਨਾਲ ਉਹ ਜਦੋਂ ਕਹਿੰਦਾ ਕਿ ਮੇਰੇ ਨਾਲ ਦਾ ਅੱਗੇ ਚਲਾ ਗਿਆ, ਪਰ ਇਹ ਨਹੀਂ ਹੁੰਦਾ ਕਿ ਉਹਦੀ ਮਿਹਨਤ ਹੁੰਦੀ ਆ, ਉਹਦਾ ਕ੍ਰੈਡਿਟ ਹੁੰਦਾ ਆ, ਠੀਕ ਹੈ ਕਿ ਨਹੀਂ। ਮੈਂ ਆਲ ਦਾ ਟਾਈਮ ਕਹਿੰਦਾ ਹੁੰਦਾ ਕਿ ਆਪਣੀਆਂ ਦੋ ਚੀਜ਼ਾਂ ਇੱਥੇ ਬੜੀਆਂ ਬਹੁਤ ਜ਼ਿਆਦਾ ਜ਼ਰੂਰੀ ਹੁੰਦੀਆਂ ਨਾ, ਕਿ ਤੁਸੀਂ ਆਪਣੀ ਅਕਾਊਂਟੇਬਿਲਿਟੀ ਤੇ ਆਪਣੀ ਕ੍ਰੈਡੀਬਿਲਿਟੀ ਇਹ ਬੜੀਆਂ ਠੀਕ ਰੱਖੋ।
ਤੇ ਤੁਸੀਂ ਇਸ ਕੰਟਰੀ ਤੁਸੀਂ ਹਾਰਡ ਵਰਕਰ ਆ ਨਾ, ਮੈਂ ਕਹਿੰਦਾ ਮੈਂ ਵੀ ਇੱਥੇ ਇੱਕ ਪ੍ਰੋਫੈਸਰ ਦੀ ਇੱਕ ਸੀਗਾ ਉਹਦਾ ਵਰਡ ਸੀ ਉਹਨਾਂ ਦੇ ਕਿ ਤੁਸੀਂ ਇਸ ਕੰਟਰੀ ਦੇ ਵਿੱਚ 5 ਸਾਲ ਦੇ ਵਿੱਚ ਗਰੋ ਕਰ ਜਾਂਦੇ ਆ। ਜੇ ਤੁਸੀਂ 5 ਸਾਲ ਦੇ ਵਿੱਚ ਨਹੀਂ ਕਰਦੇ ਤਾਂ ਤੁਸੀਂ ਤੁਹਾਡੀਆਂ ਜ਼ਿੰਮੇਵਾਰੀਆਂ ਜ਼ਿਆਦਾ, ਪਿੱਛੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਜ਼ਿਆਦਾ, ਤਾਂ ਤੁਸੀਂ 7 ਸਾਲਾਂ ਦੇ ਵਿੱਚ ਗਰੋ ਕਰ ਜਾਂਦੇ ਆ। ਜੇ ਤੁਸੀਂ 7 'ਚ ਨਹੀਂ ਕਰਦੇ ਨਾ ਤਾਂ ਫਿਰ ਇੱਕ ਪੀਰੀਅਡ ਆ ਕਿ ਤੁਸੀਂ 10 ਸਾਲ ਦੇ ਵਿੱਚ ਹੈਵ ਟੂ ਤੁਹਾਡੇ ਕੋਲ ਘਰ ਤੇ ਤੁਸੀਂ ਗਰੋ ਹੋਣਾ ਜ਼ਰੂਰੀ ਆ। ਜੇ ਤੁਸੀਂ 10 ਸਾਲਾਂ 'ਚ ਨਹੀਂ ਕੀਤਾ ਨਾ, ਤੁਸੀਂ ਸਾਰੀ ਉਮਰ ਇੱਥੇ ਗਰੋ ਨਹੀਂ ਕਰ ਸਕਦੇ। ਜਿਹੜਾ ਵੀ ਬੱਚਾ, ਕੋਈ ਵੀ ਆਪਣਾ ਭਰਾ ਭੈਣ ਭਾਈ ਆ, ਜੇ ਉਹ ਇੰਨੇ ਪੀਰੀਅਡ ਦੇ ਵਿੱਚ ਨਹੀਂ ਆਉਂਦਾ, ਮੈਂ ਵੀ ਡਾਟਾ ਦੇਖਿਆ, ਉਹ ਕਦੇ ਨਹੀਂ ਹੁੰਦਾ। ਪਰ ਜਿਹੜੇ ਕਰ ਜਾਂਦੇ ਆ ਉਹਨਾਂ ਕੋਲ ਇਹੀ ਪੀਰੀਅਡ ਹੁੰਦਾ। ਸੋ ਮੈਂ ਬਹੁਤ ਕਹਿੰਦਾ ਨਾ, ਇੱਥੇ ਇਹ ਕੰਟਰੀ ਬਹੁਤ ਕੁਝ ਦਿੱਤਾ, ਸਾਨੂੰ ਵੀ ਬੜਾ ਕੁਝ ਦਿੱਤਾ। ਤੇ ਤੁਸੀਂ ਹਾਰਡ ਵਰਕਰ ਆ, ਮਿਹਨਤੀ ਆ, ਇੱਕ ਚੰਗੀ ਗਾਈਡੈਂਸ ਦੀ ਲੋੜ ਆ। ਬਿਲਕੁਲ, ਹਰ ਇੱਕ ਫੀਲਡ ਦੇ ਵਿੱਚ ਵੀਰੇ, ਹਰ ਇੱਕ ਫੀਲਡ। ਹਾਂਜੀ, ਬਸ ਤੁਸੀਂ ਸਟਾਰਟਿੰਗ 'ਚ ਬੜੀ ਸੋਹਣੀ ਗੱਲ ਕਹੀ ਹੈ ਕਿ ਚਲੋ ਬਾਕੀ ਦੀਆਂ ਚੀਜ਼ਾਂ ਤਾਂ ਮੇ ਵੀ ਸ਼ਾਇਦ ਸਾਰੀਆਂ ਬਾਅਦ ਦੇ ਵਿੱਚ ਹੀ ਆਉਂਦੀਆਂ ਨੇ, ਕਿ ਕੀ ਚੀਜ਼ ਚੰਗੀ ਲੈਣੀ ਆ, ਮਾੜੀ ਆ, ਜਾਂ ਘਰ ਦੀ ਗੱਲ। ਨਹੀਂ, ਉਹ ਤਾਂ ਹਾਂਜੀ, ਵੀ ਜਿਹੜਾ ਹੁਣ ਬੰਦੇ ਦਾ ਕ੍ਰੈਡਿਟ ਸਕੋਰ ਆ ਉਹ ਸਭ ਤੋਂ ਫਸਟ ਪ੍ਰਾਇੋਰਟੀ ਆ, ਕਿ ਜੇ ਉਹ ਚੀਜ਼ਾਂ ਕਲੀਅਰ ਰੱਖਾਂਗੇ ਤਾਂ ਅਗਲੇ ਸਟੈਪ ਤੇ ਤਾਂ ਆਪਾਂ ਫੇਰ ਜਾ ਸਕਾਂਗੇ। ਬਿਲਕੁਲ ਬਿਲਕੁਲ। ਇੱਕ ਵੀਰੇ ਮੇਰੇ ਮਨ 'ਚ ਸਵਾਲ ਆ, ਮੇ ਵੀ ਸ਼ਾਇਦ ਸਹੀ ਵੀ ਹੋ ਸਕਦਾ ਜਾਂ ਗਲਤ ਵੀ ਹੋ ਸਕਦਾ, ਬਸ ਮੈਂ ਇੱਕ ਤੁਹਾਨੂੰ ਸੁਭਾਵਿਕਲੀ ਪੁੱਛ ਰਿਹਾ, ਤੁਹਾਡੀ ਫੀਲਡ ਦੇ ਅਕੋਰਡਿੰਗਲੀ ਆ। ਹਾਂਜੀ, ਹੁਣ ਜਿਹੜੇ ਨਵੇਂ ਬੰਦੇ ਮੰਨ ਲਓ ਘਰ ਲੈਂਦੇ ਨੇ, ਹਾਂਜੀ, ਉਹ ਤਾਂ ਦੇਖੋ ਕਲੀਅਰ ਹੁੰਦੀ ਹੈ ਕਿ ਗੱਲ ਬੰਦੇ ਨੂੰ ਉਸ ਫੀਲਡ ਦੀ ਨੌਲੇਜ ਨਹੀਂ ਹੁੰਦੀ। ਹਾਂਜੀ, ਮੰਨਦੇ ਹੋ ਤੁਸੀਂ ਇਸ ਚੀਜ਼ ਨੂੰ? ਬਿਲਕੁਲ ਬਿਲਕੁਲ, ਉਹ ਬਿਲਕੁਲ ਫਰੈਸ਼। ਜਿਹੜੇ ਵੀ ਸਮ ਟਾਈਮ ਬੰਦੇ ਕਿਸੇ ਰੀਅਲਟਰ ਸਕੂਲ ਜਾਂਦੇ ਨੇ, ਠੀਕ ਆ, ਜਿਹੜੇ ਮੰਨ ਲਓ ਕਿ ਆਪਣੀ ਫੀਲਡ ਦੇ ਵਿੱਚ ਨਵੇਂ ਨੇ ਰੀਅਲਟਰ, ਉਹ ਇੱਕ ਆਪਣੀ ਮੰਨ ਲਓ ਕਿ ਜੌਬ ਦੇ ਇੱਕ ਨੰਬਰ ਵੱਡੇ ਕਰਨੇ ਨੂੰ, ਹੈ ਨਾ, ਵੀ ਮੈਂ 2 ਘਰ ਸੇਲ ਕਰਤੇ, 10 ਘਰ ਸੇਲ ਕਰਤੇ, ਹਾਂਜੀ, ਉਹ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਸ ਚੀਜ਼ ਦੇ ਚੱਕਰ ਦੇ ਵਿੱਚ ਵੀ ਕਿਤੇ ਨਾ ਕਿਤੇ ਕਲਾਇੰਟ ਨਾਲ ਮਾੜਾ ਮੋਟਾ ਊਚ ਨੀਚ ਹੋ ਜਾਂਦਾ, ਵੀ ਜੇ ਉਹਨਾਂ ਨੂੰ ਆਪ ਨੂੰ ਵੀ ਇੰਨੀ ਗਾਈਡੈਂਸ ਨਹੀਂ ਹੁੰਦੀ ਤਾਂ ਉਹ ਕਿਸੇ ਨੂੰ, ਮੰਨ ਲਓ ਕਿ ਜੇ ਮੇਰੀ ਪ੍ਰੈਫਰ ਆ ਮੈਂ ਫਲਾਣੀ ਜਗ੍ਹਾ ਕਰ ਲੈਣਾ, ਬਸ ਧੱਕੇ ਨਾਲ ਕਿਤੇ ਘਰ ਦਵਾਤਾ ਕਰਤਾ, ਵੀ ਇਹ ਚੀਜ਼ਾਂ ਦਾ ਹੁੰਦਾ? ਇਹ ਬੜਾ ਇੰਪੋਰਟੈਂਟ ਕੁਐਸਚਨ ਆ ਕਿ ਜਦੋਂ ਕੋਈ ਵੀ ਆ, ਅਸੀਂ ਕਿਸੇ ਵੀ ਫੀਲਡ ਵਿੱਚ ਜਾਂਦੇ ਆ ਨਾ, ਕਿ ਜਦੋਂ ਤੁਸੀਂ ਫੀਲਡ ਵਿੱਚ ਜਾਂਦੇ ਆ, ਕਈ ਵਾਰ ਬੰਦੇ ਕੀ ਕਰਦੇ ਆ ਕਿ ਸਾਨੂੰ ਇੱਥੋਂ ਕੁਝ ਚੀਜ਼ ਮਿਲਦਾ ਜਾਂ ਸਾਨੂੰ ਆਹ ਚੀਜ਼ਾਂ ਹੁੰਦੀਆਂ ਨਾ, ਪਰ ਤੁਸੀਂ ਆਲਵੇਜ਼ ਇੱਕ ਚੰਗਾ ਨੌਲੇਜੇਬਲ ਐਕਸਪੀਰੀਅੰਸ ਬੰਦੇ ਕੋਲ ਜਾਣਾ ਚਾਹੀਦਾ। ਠੀਕ ਹੈ, ਇਹ ਜ਼ਰੂਰੀ ਨਹੀਂ ਹੁੰਦਾ, ਕਈਆਂ ਦੇ ਜ਼ਿਆਦਾ ਸਾਲ ਨਹੀਂ ਹੁੰਦੇ, ਲੇਕਿਨ ਦੇ ਹੈਵ ਗੁੱਡ ਨੌਲੇਜ, ਚੰਗੇ ਗਾਈਡੈਂਸ ਤੋਂ ਉਹਨਾਂ ਨੇ ਨਾਲ, ਚੰਗੇ ਗਰੁੱਪ ਦੇ ਨਾਲ, ਉਹ ਗਰੁੱਪ 'ਚ ਹੈਗੇ ਨੇ ਰੀਅਲ ਸਟੇਟ ਵਾਲੇ। ਆਮ ਨੋਟ ਟਾਕਿੰਗ ਅਬਾਊਟ ਮਾਈ ਸੈਲਫ, ਮੈਂ ਕਿਸੇ ਵੀ ਰੀਅਲਟਰ ਦੀ ਗੱਲ ਕਰਦਾ, ਤੁਹਾਨੂੰ ਦੇਖਣਾ ਚਾਹੀਦਾ ਉਹ ਕਿਹਦੇ ਨਾਲ ਕੰਮ ਕਰ ਰਹੇ ਆ, ਉਹ ਕਿਸ ਤਰ੍ਹਾਂ ਕੰਮ ਕਰ ਰਿਹਾ ਆ, ਤੁਸੀਂ ਉਹ ਦੇਖੋ। ਕਿਉਂਕਿ ਤੁਸੀਂ ਜਦੋਂ ਘਰ ਲੈਂਦੇ ਆ, ਆਪਣੀ ਜ਼ਿੰਦਗੀ ਦਾ ਬਹੁਤ ਵੱਡਾ ਪੋਰਸ਼ਨ, ਸਭ ਤੋਂ ਵੱਡਾ ਪਾਰਟ ਹੁੰਦਾ, ਇੱਕ ਜ਼ਿੰਦਗੀ ਨੂੰ ਇੱਕ ਬੜਾ ਵੱਡਾ ਸਟੈਪ ਆ ਇਹ। ਜਦੋਂ ਤੁਸੀਂ ਉਹ ਚੀਜ਼ ਲੈਂਦੇ ਆ ਨਾ, ਤੇ ਉਹ ਤੁਹਾਨੂੰ ਉਹਦੇ ਲਈ ਥੋੜਾ ਜਿਹਾ ਦੇਖਣਾ ਚਾਹੀਦਾ ਕਿ ਤੁਸੀਂ ਕਿਹੜੇ ਰਾਈਟਰ ਨਾਲ, ਉਹਦੀ ਗਾਈਡਿੰਗ ਕੀ ਆ। ਅੱਜ ਕੱਲ ਸਾਰੇ ਸਮਾਰਟ ਨੇ, ਅੱਜ ਕੱਲ ਦੇ ਮੈਂ ਜਿਹੜੀ ਨਵੀਂ ਜਨਰੇਸ਼ਨ ਦੇਖਦਾ ਉਹ ਬਹੁਤ ਸਮਾਰਟ ਆ, ਠੀਕ ਹੈ ਕਿ ਨਹੀਂ? ਉਹਨੂੰ ਉਹ ਚੀਜ਼ ਦਾ ਖਾਸ ਖਿਆਲ ਰੱਖਣਾ ਚਾਹੀਦਾ ਕਿ ਉਹਦੇ ਕੋਲ ਕਿੰਨੀ ਨੌਲੇਜ ਆ, ਉਹਦੇ ਨਾਲ ਤੁਸੀਂ ਕੰਸਲਟਿੰਗ ਕਰੋ, ਤੁਸੀਂ ਬੈਠੋ ਉਹਦੇ ਨਾਲ। ਮੈਂ ਆਲ ਦਾ ਟਾਈਮ ਆਪਣੇ ਕਲਾਇੰਟਸ ਨੂੰ ਕਹਿੰਦਾ ਉਹਨਾਂ ਲੈਣਾ ਨਹੀਂ ਲੈਣਾ ਬਾਅਦ ਦੀ ਗੱਲ ਆ, ਤੁਸੀਂ ਆ ਕੇ ਨਾਲ ਜ਼ਰੂਰ ਬੈਠੋ, ਤੁਸੀਂ ਆਪਣਾ ਦੱਸੋ ਕਿ, ਕਿਉਂਕਿ ਹਰ ਇੱਕ ਪਰਸਨ ਦਾ ਇੱਕ ਡਿਫਰੈਂਟ ਕ੍ਰਾਈਟੇਰੀਆ ਹੁੰਦਾ। ਬਿਲਕੁਲ, ਕੋਈ ਬੰਦਾ ਹੁੰਦਾ ਆ ਕਿ ਉਹਦੀ ਕੈਪੇਬਿਲਿਟੀ ਹੁੰਦੀ ਆ ਹੀ ਕੈਨ ਬਾਈ ਇਨ 6 ਮੰਥ, ਕੋਈ ਬੰਦਾ ਹੁੰਦਾ ਕਿ ਸਾਲ ਬਾਅਦ। ਤੁਸੀਂ ਉਹਨੂੰ ਮਤਲਬ ਕਈਆਂ ਦਾ ਹੁੰਦਾ ਕਿ ਹਾਂ, ਜਿਹੜਾ ਤੁਹਾਡਾ ਕੁਐਸਚਨ ਸੀਗਾ, ਕਈ ਬੰਦੇ ਕਹਿੰਦੇ ਹਾਂ ਜੀ ਯੂ ਕੈਨ ਬਾਈ, ਪਰ ਮੇਰੀ ਆਦਤ ਇਹ ਆ ਕਿ ਮੈਂ ਆਪਣੇ ਕਲਾਇੰਟ ਨੂੰ ਕਹਿੰਦਾ ਨਾ ਕਿ ਨਹੀਂ, ਤੂੰ ਹੁਣ ਨਹੀਂ, ਤੂੰ 1 ਸਾਲ 6 ਮਹੀਨੇ ਵੇਟ ਕਰ, ਆਪਣੇ ਅਕਾਊਂਟ ਨੂੰ ਇਸ ਤਰ੍ਹਾਂ ਬਜਟ ਨੂੰ ਬਣਾ, ਬਿਲਕੁਲ, ਦੈਨ ਯੂ ਕੈਨ ਬਾਈ ਹੋਮ। ਹਾਂ, ਮੇਰਾ ਇਹੀ ਕੁਐਸਚਨ ਸੀਗਾ ਹਾਂਜੀ ਐਕਚੁਅਲ ਦੇ ਵਿੱਚ। ਹਾਂਜੀ, ਤਾਂ ਇੱਕ ਤੁਸੀਂ ਆਪਣੇ ਪਹਿਲੇ ਸਵਾਲ ਦੇ ਵਿੱਚ ਕਿ ਤੁਸੀਂ ਗੱਲ ਕਹੀ ਆ ਕਿ ਮੰਨ ਲਓ ਇੱਥੇ ਉਹ ਕੰਮ ਨਹੀਂ ਹੈਗਾ ਕਿ ਘਰਾਂ ਨਾਲ ਆਪਾਂ ਮੋਹ ਨਹੀਂ ਪਾ ਸਕਦੇ। ਇਹਦਾ ਇਹ ਸਵਾਲ ਦਾ ਲਾਈਕ ਜਵਾਬ ਕੀ ਹੈ? ਇਹ ਵੀ ਹੁਣ ਤੁਸੀਂ ਉਹ ਦੱਸ ਸਕਦੇ ਕਿ ਕਿਉਂ ਨਹੀਂ ਪਾ ਸਕਦੇ? ਕਿਉਂਕਿ ਹੁਣ ਮੰਨ ਲਓ ਜਿਹਨੇ ਆਪਣਾ ਘਰ ਲੈਣਾ, ਉਹਨੂੰ ਤਾਂ ਘਰ ਨਾਲ ਦੇਖੋ ਇੱਕ ਪਿਆਰ ਤਾਂ ਹੁੰਦਾ ਹੀ ਆ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਵੀ ਮੈਂ ਕਹਿੰਦਾ ਇੱਕ ਨੌਲੇਜ ਆਪਣੇ ਸਾਰਿਆਂ ਲਈ ਹੈ ਨਾ, ਤੇ ਅਸੀਂ ਵੀ ਲਰਨ ਕੀਤਾ ਜਦੋਂ ਆਏ, ਵੱਡੀ ਗੱਲ। ਹਾਂ, ਮੈਂ ਇੱਥੇ ਇੱਕ ਕਨਸੈਪਟ ਹੁੰਦਾ ਸੀਗਾ ਕਿ ਜਦੋਂ ਤੁਸੀਂ ਦੇਖੋ, ਮੋਹ ਵਾਲੀ ਚੀਜ਼ ਤਾਂ ਅਸੀਂ ਛੱਡਿਆ ਆ ਆਪਣੀ ਕੰਟਰੀ 'ਚ। ਬਿਲਕੁਲ, ਜਿੱਥੇ ਅਸੀਂ ਜੱਦੀ ਸਾਡਾ ਘਰ ਹੁੰਦਾ ਸੀਗਾ, ਜੰਮੇ ਪਲੇ ਸਾਡੇ ਬਜ਼ੁਰਗਾਂ ਦੀਆਂ ਯਾਦਾਂ ਸੀਗੀਆਂ ਹਨਾ, ਸਾਡੀਆਂ ਯਾਦਾਂ ਸੀਗੀਆਂ। ਮੈਂ ਕਹਿੰਦਾ ਆਪਣਾ, ਮੈਂ ਵੀ ਬੜਾ ਲੇਟ ਆਇਆ, ਤੇ ਉਹ ਤਾਂ ਅਸੀਂ ਛੱਡਿਆ ਆ। ਜਿਹੜਾ ਇਹ ਆ, ਇਹਨੂੰ ਤੁਸੀਂ ਪ੍ਰੋਫੈਸ਼ਨਲੀ ਰੱਖੋ। ਤੁਸੀਂ ਜਦੋਂ ਤੁਸੀਂ ਇੱਕ ਘਰ ਨੂੰ ਜਦੋਂ ਤੁਸੀਂ ਇੱਕ ਘਰ ਲੈ ਲੈਂਦੇ ਆ, ਫਿਰ ਤੁਹਾਨੂੰ ਚੰਗੀ ਗਾਈਡੈਂਸ ਮਿਲਦੀ ਰਹਿੰਦੀ ਆ, ਫਿਰ ਤੁਸੀਂ ਗਰੋਥ ਕਰਨਾ। ਕੋਈ ਵੀ, ਮੈਂ ਤੁਹਾਨੂੰ ਜਦੋਂ ਮੈਂ ਸਟਾਰਟਿੰਗ ਕਿਹਾ, ਘਰ ਦੇ ਨਾਲ ਤੁਹਾਡਾ ਇੱਕ ਬਿਜ਼ਨਸ ਵੀ ਬਣ ਜਾਂਦਾ। ਤੁਸੀਂ ਉਹਨੂੰ ਕਿਹੜੇ ਵੇ ਨਾਲ ਰੱਖਦੇ ਆ ਉਹ ਡਿਪੈਂਡ ਕਰਦਾ।
ਠੀਕ ਹੈ ਕਿ ਨਹੀਂ, ਤੇ ਤੁਸੀਂ ਉਹਦੇ ਅਕੋਰਡਿੰਗ ਹੀ ਤੁਸੀਂ ਚੱਲਦੇ ਰਹਿੰਦੇ ਆ। ਤਾਂ ਇੱਕ ਚੀਜ਼ ਵੀਰੇ ਤੁਸੀਂ ਹੋਰ ਮੰਨਦੇ ਹੋ ਕਿ ਜਿਹੜਾ ਇੱਥੇ ਮੰਨ ਲਓ ਘਰ ਆਪਾਂ ਲੈ ਲੈਂਦਾ ਆ ਬੰਦਾ, ਹੈ ਨਾ, ਕੋਈ ਵੀ ਬੰਦਾ, ਚਲੋ ਠੀਕ ਆ, ਉਹ ਬੰਦੇ ਦੀ ਇੱਕ ਆਪਣੀ ਪ੍ਰਾਪਰਟੀ ਬਣ ਜਾਂਦੀ ਹੈ, ਨਿੱਜੀ ਬਣ ਜਾਂਦੀ ਹੈ। ਹਾਂਜੀ, ਜਿਹੜਾ ਘਰ ਆ ਉਹ ਇੱਥੇ ਇੱਕ ਬਿਜ਼ਨਸ ਲਈ ਹੈਲਪ ਕਰਦਾ, ਯੂਜ਼ ਹੁੰਦਾ ਆ। ਹਾਂ ਮੇਰਾ ਪੁਆਇੰਟ ਆਫ ਹਾਂ, ਮੈਂ ਸਮਝ ਗਿਆ ਤੁਹਾਡੀ ਗੱਲ। ਉਹ ਇਸ ਤਰ੍ਹਾਂ ਹੁੰਦਾ, ਦੇਖੋ ਅੱਜ ਤੁਸੀਂ ਆਪਣਾ ਘਰ ਲੈ ਲਿਆ, ਰਾਈਟ, ਕੱਲ ਨੂੰ ਤੁਸੀਂ ਬਿਜ਼ਨਸ ਲੈਣੇ ਆ। ਇੱਥੇ ਜਿਹੜਾ ਘਰ ਲੈਣੇ ਆ, ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਆਪਾਂ ਸਾਰਿਆਂ ਨੇ ਲੋਨ ਤੇ ਘਰ ਲੈਣੇ, ਬਿਲਕੁਲ, ਠੀਕ ਹੈ ਕਿ ਨਹੀਂ, ਸਾਡਾ ਅਸੀਂ ਕੁਝ ਪਰਸੈਂਟੇਜ ਆਪਾਂ ਦੇ ਕੇ ਆਪਾਂ ਘਰ ਲੈ ਲੈਂਦੇ ਆ ਜੀ। ਫਿਰ ਕੀ ਹੁੰਦਾ ਆ, ਜਦੋਂ ਤੁਸੀਂ ਘਰ ਲੈ ਲਿਆ ਤੇ ਤੁਹਾਡੀ ਜਿਹੜੀ ਪ੍ਰਾਪਰਟੀ ਆ, ਉਹਦੀ ਪ੍ਰਾਪਰਟੀ ਦੀ ਕੁਝ ਸਾਲਾਂ ਬਾਅਦ ਉਹਦੀ ਐਪਰੀਸ਼ੀਏਸ਼ਨ ਹੋ ਜਾਂਦੀ ਆ, ਉਹਦੀ ਵੈਲਿਊ ਬਣ ਜਾਂਦੀ ਆ। ਤੇ ਬੰਦੇ ਕਹਿੰਦਾ ਕਿ ਮੈਂ ਆਹ ਬਿਜ਼ਨਸ ਸ਼ੁਰੂ ਕਰਨਾ, ਜਦੋਂ ਤੁਹਾਨੂੰ ਬੈਂਕ ਨੇ ਕੋਈ ਬਿਜ਼ਨਸ ਤੇ ਹੈਲਪ ਕਰਨੀ ਆ, ਉਹ ਜਦੋਂ ਤੁਹਾਡੇ ਕੋਲ ਘਰ ਹੈਗਾ, ਉਹਦੀ ਕ੍ਰੈਡੀਬਿਲਿਟੀ ਤੁਹਾਨੂੰ ਮਿਲੂਗੀ। ਜਦੋਂ ਤੁਹਾਨੂੰ ਉਹਦੀ ਕ੍ਰੈਡੀਬਿਲਿਟੀ ਮਿਲਦੀ ਆ ਤਾਂ ਤੁਹਾਨੂੰ ਨਵਾਂ ਸਟੈਪ ਲੈਣ ਦੇ ਲਈ ਤੁਹਾਨੂੰ ਹੈਲਪ ਬਹੁਤ ਮਿਲਦੀ ਆ। ਫਿਰ ਤੁਸੀਂ ਉਹ ਚੀਜ਼ ਬਾਏ ਕਰ ਸਕਦੇ ਆ। ਉਹ ਤੁਹਾਨੂੰ ਬੈਂਕ ਨੂੰ ਪਤਾ ਇਹਦੇ ਕੋਲ ਘਰ ਆ, ਤੁਹਾਡਾ ਕ੍ਰੈਡਿਟ ਬਿਲਟ ਅਪ ਹੋ ਚੁੱਕਾ ਹੁੰਦਾ, ਤੁਸੀਂ ਲੋਨ ਦੇ ਰਹੇ ਆ। ਤੇ ਮੈਂ ਇਹ ਚੀਜ਼ ਤਾਂ ਹੀ ਕਹਿਣਾ ਹੁੰਦਾ ਕਿ ਬਿਜ਼ਨਸ ਕਿਸ ਤਰ੍ਹਾਂ ਆ ਨਾ, ਕਿਉਂਕਿ ਜਦੋਂ ਤੁਸੀਂ ਉਹਦਾ ਲੋਨ ਪੇ ਕੀਤਾ ਹੁੰਦਾ, ਬੈਂਕ 'ਚ ਤੁਹਾਡੀ ਕ੍ਰੈਡੀਬਿਲਿਟੀ ਬਣੀ ਹੁੰਦੀ ਹੈ ਕਿ ਇਹ ਬੰਦਾ ਔਨ ਟਾਈਮ ਪੇ ਕਰਦਾ ਪਿਆ। ਤੇ ਸੋ ਇਸ ਕਰਕੇ ਐਂਡ ਇਹਦੇ ਕੋਲ ਇੰਨੀ ਵੈਲਿਊ, ਐਪਰੀਸ਼ੀਏਸ਼ਨ ਵੈਲਿਊ ਉਸ ਘਰ ਦੀ ਇੰਨੀ, ਉਹਦੀ ਔਰ ਉਹਦੇ ਵਿੱਚ ਐਸਟ ਬਣ ਚੁੱਕੀ ਹੈ ਉਹਦੀ, ਤੇ ਉਹਦੇ ਬੇਸ ਤੇ ਤੁਹਾਨੂੰ ਅਗਲਾ ਬਿਜ਼ਨਸ ਦੀ ਹੈਲਪ ਲਈ ਲੋਨ ਮਿਲ ਜਾਂਦਾ, ਚਾਹੇ ਉਹਨੇ ਨਵਾਂ ਘਰ ਲੈਣਾ ਜਾਂ ਕੱਲ ਨੂੰ ਕੋਈ ਬਿਜ਼ਨਸ, ਚਾਹੇ ਚਾਹੇ ਤੁਸੀਂ ਘਰ ਲੈ ਲਓ, ਚਾਹੇ ਤੁਸੀਂ ਆਪਣਾ ਕੋਈ ਬਿਜ਼ਨਸ ਸਟਾਰਟ ਕਰਨਾ, ਤੇ ਉਹਨਾਂ ਦੋਨਾਂ ਚੀਜ਼ਾਂ 'ਚ ਤੁਹਾਡੀ ਹੈਲਪ ਕਰ ਦਿੰਦਾ। ਹੁਣ ਮੈਨੂੰ ਇੱਕ ਤੁਸੀਂ ਬਿਲਕੁਲ ਉਹਦੇ ਕਹਾਣੀ ਸੱਚਾ ਜਵਾਬ ਦੇਣਾ ਆ। ਵੈਸੇ ਇਹ ਨਹੀਂ ਤੁਸੀਂ ਪੱਖ ਰੱਖਣਾ ਕਿ ਤੁਹਾਡੀ ਫੀਲਡ ਦੇ ਨਾਲ ਤੁਸੀਂ ਲਾਈਕ ਇਸ ਫੀਲਡ 'ਚ ਕੰਮ ਕਰਦੇ ਹੋ, ਕਿਉਂਕਿ ਜਿਵੇਂ ਹੁਣ ਅਸੀਂ ਨਿੱਜੀ ਦੋਸਤਾਂ ਦੇ ਵਿੱਚ ਇਹ ਗੱਲਾਂ ਕਰਦੇ ਰਹਿੰਦੇ ਆ, ਹੈ ਨਾ। ਜ਼ਰੂਰ ਬਿਜ਼ਨਸ ਸਟਾਰਟ ਕਰਨ ਲਈ ਘਰ ਹੋਣਾ ਜ਼ਰੂਰੀ ਆ ਜਾਂ ਘਰ ਲਈ ਬਿਜ਼ਨਸ ਹੋਣਾ ਜ਼ਰੂਰੀ ਆ? ਇਹ ਦੇਖੋ, ਇਹਦੇ ਲਈ ਦੇਖੋ ਜਿਹੜਾ ਤੁਸੀਂ ਪੁੱਛਦੇ ਆ, ਚਾਹੇ ਬਿਜ਼ਨਸ ਲੈਣੇ ਆ, ਘਰ ਲੈਣੇ ਆ ਨਾ, ਤੁਹਾਨੂੰ ਕੰਸਲਟੈਂਸੀ ਦੀ ਜ਼ਰੂਰਤ ਪੈਂਦੀ ਆ। ਪਰ ਜਿਹੜੀ ਗੱਲ ਮੈਂ ਤੁਹਾਨੂੰ ਜਿਹੜੀ ਤੁਹਾਨੂੰ ਮੈਂ ਦੱਸ ਕੇ ਹਟਿਆ, ਜੇ ਤੁਸੀਂ ਤੁਹਾਡੀ ਪਰਸ ਇੱਕ ਕੰਸਲਟੈਂਸੀ ਤੁਹਾਨੂੰ ਕੌਣ ਦਿੰਦਾ? ਸਹੀ ਹੈ। ਜੇ ਤੁਸੀਂ ਮੇਰੇ ਕੋਲ ਕੰਸਲਟ ਕਰਦੇ ਆ, ਮੈਂ ਜਦੋਂ ਮੇਰੇ ਕੋਲ ਕੋਈ ਪਰਸਨ ਆਉਂਦਾ, ਜੇ ਮੈਂ ਦੇਖਦਾ ਕਿ ਉਹਦੇ ਵਿੱਚ ਆਹ ਚੀਜ਼ ਟੈਲੈਂਟ ਹੈਗਾ, ਕਿ ਉਹ ਬੰਦਾ ਸਮਾਰਟ ਆ, ਉਹ ਆ ਬਿਜ਼ਨਸ ਦੇ ਵਿੱਚ ਉਹਦਾ ਐਕਸਪੀਰੀਅੰਸ ਬੜਾ ਆ, ਹਨਾ, ਜੇ ਉਹਦੇ ਕੋਲ ਕੈਸ਼ ਅਮਾਉਂਟ ਐਕਸਟਰਾ ਪਈ ਆ, ਦੇ ਕੈਨ ਬਾਏ ਫਸਟ ਬਿਜ਼ਨਸ ਫਸਟ, ਹਨਾ। ਜੇ ਉਹਦੇ ਕੋਲ ਪੈਸੇ ਵੀ ਨਹੀਂ ਇੰਨੇ ਹੈਗੇ ਤੇ ਉਹ ਬੜਾ ਹਾਰਡ ਵਰਕਰ ਆ, ਨਾਟ ਮਾਈਂਡ ਵਰਕਰ, ਤੇ ਫਿਰ ਉਹਨੂੰ ਘਰ ਲੈਣਾ ਜ਼ਰੂਰੀ ਹੈ। ਜੇ ਉਹ ਘਰ ਲਊਗਾ ਤੇ ਉਹ ਤੋਂ ਬਿਜ਼ਨਸ ਉਹ ਈਜ਼ੀਲੀ ਬਣਾ ਸਕਦਾ। ਇੱਕ ਮੈਨੂੰ ਵੀਰੇ ਦੱਸੋ, ਜਿਵੇਂ ਹੁਣ ਤੁਸੀਂ ਮੰਨ ਲਓ ਤੁਸੀਂ ਰੈਗੂਲਰ ਡੇਜ਼ ਦੇ ਵਿੱਚ ਕਸਟਮਰਸ ਨੂੰ ਮਿਲਦੇ ਹੋ, ਹਰ ਤਰ੍ਹਾਂ ਦਾ ਤੁਹਾਨੂੰ ਕਸਟਮਰ ਮਿਲਦਾ ਆ, ਫੈਮਿਲੀ ਵਾਲੇ ਵੀ ਮਿਲਦੇ ਆ, ਬੈਚਲਰ ਵੀ ਮਿਲਦੇ ਆ, ਸਟੂਡੈਂਟ ਵੀ ਮਿਲਦੇ ਆ, ਹਰ ਤਰ੍ਹਾਂ ਦਾ ਮਿਲਦਾ ਆ। ਜਿਹੜਾ ਬੰਦਾ ਇੱਥੇ ਇਕੱਲਾ ਰਹਿੰਦਾ ਆ, ਇਕੱਲਾ ਆਪਦਾ ਕੰਮ ਕਰਦਾ, ਬਿਜ਼ਨਸ ਵੀ ਕਰਦਾ ਆ, ਉਸ ਬੰਦੇ ਨੂੰ ਘਰ ਦੀ ਤੁਹਾਡੇ ਅਕੋਰਡਿੰਗਲੀ ਜੇ ਕੋਈ ਬੰਦਾ ਆਉਂਦਾ ਆ, ਠੀਕ ਆ, ਤੁਹਾਨੂੰ ਲੱਗਦਾ ਕਿ ਉਹਨੂੰ ਤੁਸੀਂ ਘਰ ਲਈ ਕਿੰਨਾ ਕੁ ਗਾਈਡ ਕਰੋਗੇ? ਜੇ ਬੰਦਾ ਇੱਕ ਠੀਕ ਆ ਵੀ ਲਾਈਕ ਆਪਣੇ ਬਿਜ਼ਨਸ 'ਚ ਇੱਕ ਮਿਡਲ ਆ, ਬਹੁਤ ਜ਼ਿਆਦਾ ਹਾਈ ਨਹੀਂ, ਬਹੁਤ ਜ਼ਿਆਦਾ ਡਾਊਨ ਆ, ਵੀ ਤੁਹਾਨੂੰ ਲੱਗਦਾ ਹੁੰਦਾ ਕਿ ਉਸ ਬੰਦੇ ਨੂੰ ਘਰ ਤੋਂ ਬਿਨਾਂ ਕੁਝ ਟਾਈਮ ਸਰ ਵੀ ਸਕਦਾ ਹੁੰਦਾ ਜਾਂ ਕਿੱਦਾਂ? ਹਾਂ, ਮੈਂ ਤੁਹਾਨੂੰ ਉਹੀ ਤੁਹਾਨੂੰ ਮੈਂ ਗੱਲ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਲੀਅਰ ਕਰਦਾ ਹਟਿਆ ਕਿ ਜੇ ਉਹ ਬੰਦਾ ਇਕੱਲਾ ਵੀ ਆਉਂਦਾ ਆ ਨਾ, ਤੇ ਜਾਂ ਉਹ ਆਪਣੀ ਫੈਮਿਲੀ ਲੈ ਕੇ ਆ ਰਿਹਾ ਹਨਾ, ਇਹ ਘਰ ਸਾਡੀ ਤੁਸੀਂ ਰਹਿਣ ਲਈ ਨਾ ਲਓ। ਜਦੋਂ ਤੁਸੀਂ ਸੋਚ ਰਹੇ ਆ ਕਿ ਅਸੀਂ ਆਪਣੇ ਘਰ ਰਹਿਣ ਲਈ ਲੈ ਰਹੇ ਆ, ਪਰ ਸਾਡੇ ਕੋਲ ਹਜੇ ਕੈਪੇਬਿਲਿਟੀ ਨਹੀਂ ਹੈਗੀ, ਅਸੀਂ ਔਖੇ ਹੋ ਕੇ ਘਰ ਲੈ ਰਹੇ ਆ, ਮੈਂ ਕਹਿੰਦਾ ਹਜੇ ਘਰ ਨਾ ਲਓ। ਠੀਕ ਆ, ਮੈਂ ਕਹਿੰਦਾ ਹੁੰਦਾ ਕਿ ਤੁਸੀਂ ਵੇਟ ਕਰ ਲਓ ਤੁਸੀਂ। ਪਰ ਜੇ ਤੁਸੀਂ ਕਹੋ ਕਿ ਘਰ ਕਿੰਨਾ ਜ਼ਰੂਰੀ ਹੈ, ਜੇ ਤੁਹਾਡੇ ਕੋਲ ਕੁਝ ਪੈਸੇ ਐਸਟ ਹੈਗੀ ਆ, ਜਾਂ ਤੁਸੀਂ ਸਾਲ 2 ਸਾਲ ਵਿੱਚ ਕੁਝ ਆਪਣੇ ਐਸਟ ਨੂੰ ਪੈਸੇ ਇਕੱਠੇ ਕੀਤੇ ਹੋਏ ਆ, ਫਿਰ ਤੁਹਾਨੂੰ ਨੋ ਡਾਊਟ ਕਿ ਇਸ ਕੰਟਰੀ ਦਾ ਤੁਸੀਂ ਇਹਦਾ ਡਾਟਾ ਚੱਕ ਲਓ, ਪਿਛਲਾ ਐਕਸਪੀਰੀਅੰਸ, ਪਿਛਲਾ ਡਾਟਾ ਚੱਕ ਲਓ। ਬੇਸ਼ੱਕ ਮਾਰਕੀਟ ਦਾ ਕੋਈ ਵੀ ਇਫੈਕਟ ਹੈਗਾ ਆ ਹੁਣ, ਹਨਾ, ਪਰ ਤੁਸੀਂ ਜੇ ਪਿਛਲਾ ਡਾਟਾ ਚੱਕੋਗੇ ਤੇ ਲੋਕਾਂ ਨੇ ਗਰੋਥ ਕੀਤਾ ਘਰ। ਸੋ ਜਿਹੜੀ ਮੈਂ ਤੁਹਾਡੀ ਗੱਲ ਚੋਂ ਇਹੀ ਗੱਲ ਦਾ ਰਿਜ਼ਲਟ ਕੱਢਿਆ ਹੈ ਕਿ ਇੱਥੇ ਦੀ ਪ੍ਰਾਪਰਟੀ ਜੇ ਤੁਸੀਂ ਅੱਜ ਪੈਸਾ ਇਨਵੈਸਟ ਕਰ ਦਿਓ, ਕੱਲ ਪੈਸਾ ਇਨਵੈਸਟ ਕਰ ਦਿਓ, ਉਹ ਤੁਹਾਡੇ ਲਈ ਕਿਤੇ ਨਾ ਕਿਤੇ ਐਜ਼ ਅ ਬਿਜ਼ਨਸ ਤੇ ਪ੍ਰੋਫਿਟ ਲਈ ਕੰਮ ਆਊਗੀ ਉਹ ਆਲ ਦਾ ਟਾਈਮ। ਸੋ ਇੱਕ ਤੁਸੀਂ ਫੈਕਟ ਦੀ ਗੱਲ ਵੀਰੇ ਕੀਤੀ ਹੈ, ਹਨਾ। ਸੋ ਇਹ ਤਾਂ ਹੁਣ ਤੁਹਾਨੂੰ ਜ਼ਿਆਦਾ ਪਤਾ ਕਿ ਇਹ ਤਾਂ ਹੁਣ ਇੱਥੇ ਦਾ ਮੇਜਰ ਪੁਆਇੰਟ ਆ, ਇਸ਼ੂ ਬਣਿਆ ਹੋਇਆ ਆ। ਜਿਹੜਾ ਇੰਟਰਸਟ ਰੇਟ ਦਾ ਫੈਕਟ ਆ, ਇਹ ਕਿੰਨਾ ਟਾਈਮ ਰਹੂਗਾ, ਇਹਦਾ ਜਾਂ ਰੀਜ਼ਨ ਕੀ ਆ ਇੰਨਾ ਜ਼ਿਆਦਾ ਹਾਈਪ ਹੋਣ ਦਾ? ਇਹ ਜਿਹੜੀ ਇਹ ਚੀਜ਼ ਹੈ ਆਪਣੀ ਇੱਕ ਇਹ ਤਾਂ ਜਿਹੜਾ ਇੰਟਰਸਟ ਰੇਟ ਆ ਆਪਣਾ, ਜਿਹੜਾ ਇੰਟਰਸਟ ਰੇਟ ਆਪਣਾ ਹੁਣ ਚੱਲ ਰਿਹਾ, ਇਹਦਾ ਇਫੈਕਟ ਹੁਣ
ਦੇਖੋ ਇਹਦੇ ਵਿੱਚ ਬਹੁਤ ਚੀਜ਼ਾਂ ਹੁੰਦੀਆਂ। ਇਹ ਪ੍ਰਾਪਰਟੀ ਦੇ ਵਿੱਚ ਕਿੰਨਾ ਕੁ ਇਫੈਕਟ ਰਹਿੰਦਾ ਆ, ਇਹਨੂੰ ਰਾਈਟ ਨਾਓ ਨੰਬਰ ਦੇਣੇ ਬੜੇ ਮੁਸ਼ਕਲ ਆ। ਓਕੇ, ਪਰ ਇਹ ਪ੍ਰਾਪਰਟੀ ਤੇ ਰਾਈਟ ਜਿਹੜਾ ਹੁਣ ਦਾ ਇੰਟਰਸਟ ਰੇਟ ਆ, ਉਹਨੇ ਕੀ ਕੀਤਾ, ਪ੍ਰਾਪਰਟੀ ਨੂੰ ਸਟੇਬਿਲਿਟੀ ਚ ਲੈ ਆਂਦਾ। ਪ੍ਰਾਪਰਟੀ ਦਾ ਗ੍ਰਾਫ ਥੋੜਾ ਥੱਲੇ ਵੀ ਆਇਆ। ਠੀਕ ਆ, ਜੇ ਤੁਸੀਂ ਗੱਲ ਕਰ ਲਓ ਜਿਹੜਾ ਕਰੋਨਾ ਤੋਂ ਪਹਿਲਾਂ ਦਾ ਪ੍ਰਾਈਸ ਹੈਗਾ ਨਾ, ਪ੍ਰਾਈਸ ਉਹਦੇ ਅਕੋਰਡਿੰਗ ਧੱਕੇ ਗਿਆ। ਇਹ ਨਹੀਂ ਹੈਗਾ ਕਿ ਬਹੁਤ ਫਾਲ ਡਾਊਨ ਆ ਚੁੱਕਾ ਹੈ, ਇਹ ਚੀਜ਼ ਨਹੀਂ ਆਪਾਂ ਕਹਿ ਸਕਦੇ। ਦੇਖੋ ਉਹਦੇ ਤੋਂ ਪਹਿਲਾਂ ਮੈਂ ਖੁਦ ਰੀਅਲ estate ਵਿੱਚ ਇੰਨੇ ਸਾਲ ਹੋ ਗਏ ਕੰਮ ਕਰਦੇ ਨੂੰ, ਜਦੋਂ ਪ੍ਰਾਪਰਟੀਆਂ ਦੇ ਰੇਟ ਮਤਲਬ 2021 ਦੇ ਅਕਤੂਬਰ ਤੋਂ ਜਿਹੜਾ ਫਰਵਰੀ ਤੱਕ ਦਾ ਜੋ ਪ੍ਰਾਈਸ ਅਪ ਗਿਆ ਸੀ ਨਾ, ਤੇ ਉਹ ਜਿਹੜਾ ਪ੍ਰਾਈਸ ਅਪ ਗਿਆ ਸੀ ਉਹਦੇ ਅਕੋਰਡਿੰਗ ਉਹ 2-3 ਲੱਖ ਡਾਲਰ ਉੱਪਰ ਚਲਾ ਗਿਆ। ਓਕੇ, ਉਹ ਜਿਹੜੇ 2-3 ਐਵਰੇਜ ਜਿਹੜੀ ਗਰੋਥ ਇੱਕ ਆਈ ਸੀਗੀ, ਉਹਨੇ ਉਸ ਚੀਜ਼ ਨੇ ਮਾਰਕੀਟ ਨੇ ਆਉਣਾ ਹੀ ਸੀਗਾ, ਉਹ ਚੀਜ਼ ਉਹਨੇ ਚੇਂਜ ਹੋਣਾ ਸੀਗਾ, ਹਨਾ। ਤੇ ਦੂਸਰਾ ਆਪਣਾ ਚਲੋ ਇਕਨੋਮੀ ਦੇ ਇੰਟਰਸਟ ਰੇਟ ਇੰਨਾ ਥੱਲੇ ਆਇਆ ਸੀ, ਐਵਰੀਬਾਡੀ ਬਾਇੰਗ ਅ ਹੋਮ, ਹਨਾ। ਪਰ ਮੈਂ ਆਪਣੇ ਕਲਾਇੰਟ ਨੂੰ ਆਲ ਦਾ ਟਾਈਮ ਕਹਿੰਦਾ ਹੁੰਦਾ, ਜਿਹੜੀ ਇਹ ਤੇਜ਼ੀ ਆਉਂਦੀ ਆ, ਪਰ ਇੱਥੇ ਜਿਹੜਾ ਕੈਨੇਡੀਅਨ ਜਿਹੜੀ ਇਕਨੋਮੀ ਆ, ਇੱਥੇ ਆਲ ਦਾ ਟਾਈਮ ਡਿਮਾਂਡ ਰਹਿੰਦੀ ਆ, ਬਿਕੋਜ਼ ਪਾਪੂਲੇਸ਼ਨ। ਜਿਹੜੇ ਬਿਜ਼ਨਸ ਹੁੰਦੇ ਆ ਜਾਂ ਇੰਟਰਸਟ ਰੇਟ ਹੁੰਦੇ ਆ, ਇਹ ਕੁਛ ਚਾਰ ਇਫੈਕਟ ਕਰਦੇ ਆ, ਪਰ ਜਿਹੜਾ ਬਿਜ਼ਨਸ ਹੁੰਦਾ ਆ ਉਹ ਆਲ ਦਾ ਟਾਈਮ ਡਿਮਾਂਡ ਤੇ ਸਪਲਾਈ ਤੇ ਹੁੰਦਾ। ਜਿਹੜੀ ਸਾਡੀ ਕਹ ਲਓ ਕਿ ਸਾਡੀ ਡਿਮਾਂਡ ਆ ਨਾ, ਉਹ ਬਹੁਤ ਹਾਈ ਆ, ਬਿਕੋਜ਼ ਇਸ ਸਾਲ 500,000 ਲੋਕੀ ਆਏ ਨੇ, ਤੇ ਆਲਰੇਡੀ ਨੀਡ ਤਾਂ ਹੈਗੀ ਮਿਲੀਅਨ ਹਾਂ, ਜਿਹੜੀ ਇਹ ਨੀਡ ਆ ਇਹ ਪੂਰੇ। ਹੁਣ ਤੁਸੀਂ ਇਸੇ ਕਰਕੇ ਦੇਖੋ, ਤੁਸੀਂ ਟੈਨੈਂਟ ਵੀ ਜਿਹੜੀ ਆ ਰੈਂਟਲ ਮਾਰਕੀਟ ਆ, ਉਹ ਵੀ ਬੜੀ ਹਾਈ ਹੋ ਚੁੱਕੀ ਹੈ ਜੀ। ਹੁਣ ਤੁਸੀਂ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਕੈਲਕੂਲੇਟ ਕਰਕੇ ਦੇਖੋ ਨਾ, ਤੁਸੀਂ ਮਤਲਬ ਉੱਥੇ ਫਿਰ ਤੁਸੀਂ ਐਵਰੀਬਾਡੀ ਵਾਂਟ ਸੇਵਿੰਗ, ਹਨਾ, ਕਿ ਮੈਨੂੰ ਕਿਤੇ ਉਹ ਪੈਸੇ ਬਚਦੇ ਆ, ਹਨਾ, ਕਿੱਥੋਂ ਬਚਦੇ ਆ, ਹਨਾ। ਐਂਡ ਦਾ ਐਂਡ ਆਫ ਹਰ ਪਰਸਨ ਨੇ ਉਹਦੇ ਅਕੋਰਡਿੰਗ ਆਪਣੀ ਮਾਰਕੀਟ ਨੂੰ ਚਲਾਉਣਾ, ਹਨਾ। ਜਿਵੇਂ ਵੀਰੇ ਕਿ ਤੁਸੀਂ ਇਹ ਬੜੀ ਸੋਹਣੀ ਗੱਲ ਕਹੀ ਹੈ, ਹਨਾ, ਕਿ ਜਿਵੇਂ ਮੰਨ ਲਓ ਹੁਣ ਇੰਨੇ ਲੋਕ ਇੱਥੇ ਆਉਂਦੇ ਨੇ, ਇਮੀਗ੍ਰੈਂਟ ਆਉਂਦੇ ਨੇ, ਜਾਂ ਫਿਰ ਜਿਹੜੇ ਇੱਥੇ ਹੈਗੇ ਨੇ, ਜਦੋਂ ਬੰਦਾ ਪਪੂਲਰ ਹੋ ਜਾਂਦਾ, ਬੰਦੇ ਨੂੰ ਲਾਈਕ ਉਹ ਆਪਦੇ ਜੋਗਾ ਘਰ ਲੈਣ ਜੋਗਾ ਹੋ ਜਾਂਦਾ ਜੀ। ਜਿਵੇਂ ਆਪਾਂ ਚਲੋ ਇਹ ਗੱਲ ਨਾਲ ਅਗਰੀ ਕਰਦੇ ਆ ਕਿ ਚਲੋ ਕੈਨੇਡਾ ਕੋਲ ਲੈਂਡ ਬਹੁਤ ਸਾਰੀ ਆ, ਠੀਕ ਆ, ਚਲੋ ਵੀ ਜਿਵੇਂ ਇੱਥੇ ਫਿਰ ਇਹ ਚੀਜ਼ ਹੋ ਸਕਦੀ ਹੈ, ਲਾਈਕ ਪੋਸੀਬਲ ਹੋ ਸਕਦੀ ਹੈ। ਮੈਂ ਬਿਨਾਂ ਨੌਲੇਜ ਤੋਂ ਇੱਕ ਗੱਲ ਕਹਿ ਰਿਹਾ, ਮੇ ਵੀ ਸ਼ਾਇਦ ਮੇਰਾ ਪੁਆਇੰਟ ਆਫ ਵਿਊ ਉਹਦਾ ਕਲੀਅਰ ਨਾ ਹੁੰਦਾ ਹੋਵੇ, ਵੀ ਜਿਵੇਂ ਬਹੁਤ ਸਾਰੀ ਲੈਂਡ ਆ, ਇਦਾਂ ਨਹੀਂ ਹੋ ਸਕਦਾ ਕਿ ਘਰਾਂ ਦਾ ਦਾਇਰਾ ਹੋਰ ਜ਼ਿਆਦਾ ਖੁੱਲਾ ਜਾਂ ਏਰੀਆ ਨੂੰ ਵੱਡਾ ਬਣਾਇਆ ਜਾ ਸਕੇ? ਨਹੀਂ, ਇਹ ਲੈਂਡ ਦੇ ਨਾਲ ਵਾਰਸ ਇਸ ਤਰ੍ਹਾਂ ਹੁੰਦਾ ਕਿ ਦੇਖੋ, ਜਿਹੜੀ ਕਿਤੇ ਵੀ ਕੋਈ ਜਿਹੜੀ ਆਪਣੀ ਸਿਟੀ ਆ ਨਾ, ਸਿਟੀ ਇੱਕ ਜਦੋਂ ਤੁਸੀਂ ਇੱਥੇ ਕੰਸਟਰਕਸ਼ਨ ਕਰਦੇ ਆ, ਲੈਂਡ ਹਾਊਸ ਡਿਵੈਲਪ ਕਰਦੇ ਆ, ਸਿਟੀ ਦੀਆਂ ਵੀ ਆਪਣੀਆਂ ਸਿਟੀ ਦੀਆਂ ਗਵਰਨਮੈਂਟ ਦੀਆਂ, ਫੈਡਰਲ ਦੀਆਂ ਹੁੰਦੀਆਂ, ਮਿਊਨਿਸਪੈਲਿਟੀ ਦੀਆਂ ਹੁੰਦੀਆਂ, ਕਿ ਉਹਨਾਂ ਨੇ ਤੁਹਾਨੂੰ ਸਰਵਿਸਿਜ਼ ਵੀ ਦੇਣੀਆਂ। ਕਿ ਇੰਡੀਆ ਵਾਂਗੂ ਨਹੀਂ ਹੈਗਾ ਕਿ ਆਪਾਂ ਆਪਣਾ ਘਰ ਬਣਾ ਲਿਆ ਤੇ ਆਪਾਂ ਉੱਥੇ ਰਹਿਣ ਲੱਗ ਪਏ, ਹਨਾ, ਲੈਂਡ ਹੈਗੀ ਪਈ ਆ, ਬਿਕੋਜ਼ ਦੇ ਪੀਪਲ ਗਿਵ ਯੂ ਸਰਵਿਸਿਜ਼, ਹਨਾ, ਕਿ ਤੁਹਾਨੂੰ ਬਿਜਲੀ ਵੀ ਚਾਹੀਦੀ ਆ, ਪਾਣੀ ਵੀ ਚਾਹੀਦਾ ਆ, ਬਿਕੋਜ਼ ਆਪਾਂ ਸਾਰੇ ਇੱਥੇ ਆਏ ਆ ਕੁਆਲਿਟੀ ਆਫ ਲਾਈਫ ਲਈ। ਜੇ ਕੁਆਲਿਟੀ ਆਫ ਲਾਈਫ ਲਈ ਇਹਨਾਂ ਦਾ ਸਿਸਟਮ ਹੈ, ਉਹ ਜਦੋਂ ਤੁਹਾਨੂੰ ਜਿੱਦਾਂ ਹੁਣ ਤੁਸੀਂ ਦੇਖਦੇ ਹੁੰਦੇ ਆ ਕਿ ਇੱਥੇ ਆ ਦੇਖੋ ਨਵੀਂ ਕੰਸਟਰਕਸ਼ਨ ਆਈ ਆ, ਉਹ ਜਦੋਂ ਬਣਦੀ ਆ ਉਹ ਤੋਂ ਪਹਿਲਾਂ ਇੱਕ ਪ੍ਰੋਸੈਸ ਚੱਲਦਾ, ਸਾਲ ਪਹਿਲਾਂ ਲੈਂਡ ਜਿਹੜੀ ਲੈਂਡ ਹੁੰਦੀ ਆ ਉਹ ਟੈਸਟ ਹੁੰਦੀ ਆ, ਇਹ ਲਿਵੇਬਲ ਹੈਗੀ ਕਿ ਨਹੀਂ ਹੈਗੀ, ਹਨਾ। ਇਦਾਂ ਨਹੀਂ ਹੈਗਾ ਤੁਸੀਂ ਉੱਤੇ ਘਰ ਬਣਾਉਣ ਲੱਗ ਪਾਓ ਨਾ, ਉਹਦੀ ਸੋਇਲ ਟੈਸਟ ਹੁੰਦੀ ਆ ਕਿ ਉਹਦੇ ਪੀਪਲ ਵਿਲ ਬੀ ਲਿਵ ਓਵਰ ਦੇਅਰ, ਹਨਾ, ਬੱਚਿਆਂ ਨੇ ਰਹਿਣਾ, ਬਿਕੋਜ਼ ਇਹ ਕੰਟਰੀ ਆਪਾਂ ਸਾਰੇ ਇਸ ਕਰਕੇ ਆਏ ਆ, ਇਹ ਕੰਟਰੀ ਬਹੁਤ ਕੁਝ ਸਾਨੂੰ ਦੇ ਰਹੀ ਆ, ਹਨਾ, ਤੇ ਉਹ ਸਿਸਟਮ ਦੇ ਨਾਲ ਚੱਲਦਾ। ਫਿਰ ਸਿਟੀ ਦੇ ਕੋਲ ਬਜਟ ਹੈ ਕਿ ਨਹੀਂ ਹੈ, ਫਿਰ ਉਹਦੇ ਅਕੋਰਡਿੰਗ ਜਿੱਦਾਂ ਸਿਟੀ ਆਪਣੇ ਬਜਟ ਨੂੰ ਬਣਾਉਂਦੀ ਆ, ਉਹਦੇ ਵਿੱਚ ਅਲਾਉ ਕਰਦੀ ਆ ਕਿ ਤੁਸੀਂ ਇੰਨੇ ਘਰ ਬਣਾ ਸਕਦੇ ਹੋ। ਇਨਫਰਾਸਟ੍ਰਕਚਰ ਦੀ ਹੈਲਪ ਕਰਨੀ ਹੁੰਦੀ ਹੈ ਗਵਰਨਮੈਂਟ ਨੇ, ਉਹਦੇ ਵਿੱਚ ਤੁਹਾਡੀ ਉਹ ਚੀਜ਼ ਬਹੁਤ ਇੰਪੋਰਟੈਂਟ ਹੋ ਜਾਂਦੀ ਹੈ ਕਿ ਸਿਟੀ ਦਾ ਬਜਟ ਕੀ ਆ, ਦੇ ਅਲਾਉ ਟੂ, ਹਨਾ, ਤੁਹਾਨੂੰ ਘਰ ਬਣਾਉਣ ਨੂੰ। ਫਿਰ ਡਿਮਾਂਡ ਉੱਥੇ ਕਿੰਨੀ ਆ ਉਸ ਟਾਊਨ ਦੇ ਵਿੱਚ, ਤੇ ਕਿੰਨੇ ਮਤਲਬ ਫਿਰ ਉਹਦਾ ਇੱਕ ਕੰਸਟਰਕਸ਼ਨ ਕਾਸਟ ਕੀ, ਸਾਰਾ ਕੁਝ ਲਾ ਕੇ। ਤੁਹਾਡੀ ਗੱਲ ਸਹੀ ਹੈ। ਜੇ ਹੁਣ ਮੰਨ ਲਓ ਇੱਕ ਤਾਂ ਉੱਥੇ ਕਿਤੇ ਸਿਟੀ ਬਣਦੀ ਆ, ਸਿਟੀ ਲਾ ਲਓ ਜਾਂ ਕੁਝ ਵੀ, ਕਲੋਨੀ ਕਹਿ ਲਓ ਜਾਂ ਮਾਰਕੀਟ ਕੁਝ ਵੀ ਬਣਦੀ ਆ ਘਰਾਂ ਦੀ, ਉੱਥੇ ਕੱਲ ਨੂੰ ਸਕੂਲ ਵੀ ਹੋਣਗੇ, ਉੱਥੇ ਜਿਮ ਵੀ ਹੋਣਗੇ, ਡੈਫੀਨਿਟਲੀ ਦੇ ਪ੍ਰੋਵਾਈਡ। ਇਦਾਂ ਨਹੀਂ ਹੈਗਾ ਕਿ ਤੁਸੀਂ ਇੱਥੇ ਇਕੱਲੇ ਘਰ ਬਣਾ ਲਓ ਕਿ ਉਹਨਾਂ ਨੂੰ ਸਕੂਲ ਹੈ ਨਹੀਂਗਾ, ਹਨਾ, ਉਹਨਾਂ ਨੂੰ ਸਕੂਲ ਵੀ ਦੇਣੇ ਆ, ਜਾਂ ਉਹਨਾਂ ਦੇ ਸਕੂਲ ਵੀ ਆ। ਇਹ ਵੀ ਹੈ ਕਿ ਇਹ ਤਾਂ ਹੈ ਨਹੀਂਗਾ ਕਿ ਆਪਾਂ ਉਹਨਾਂ ਨਾਲ ਗਾਰਬੇਜ ਵੀ ਚੱਕਣਾ ਆ, ਉਹਨਾਂ ਦੀਆਂ ਸਰਵਿਸਿਜ਼ ਸਾਰੀਆਂ, ਸਰਵਿਸ ਵਿੱਚ ਇਹ ਸਾਰਾ ਕੁਝ ਆ ਜਾਂਦਾ। ਇਸ ਤਰ੍ਹਾਂ ਦੀਆਂ ਮਤਲਬ ਤੁਸੀਂ ਜ਼ਿੰਦਗੀ ਵਿੱਚ ਨਾਲ ਦੀ ਨਾਲ ਗਰੋ ਕਰੀ ਜਾਂਦੇ ਆ, ਆਪਣੀ ਲਾਈਫ 'ਚ ਸਿੱਖੀ ਜਾਂਦੇ ਆ, ਐਵਰੀ ਡੇ ਤੁਸੀਂ ਨਵੀਂ ਚੀਜ਼ ਸਿੱਖਦੇ
ਸਕਦੇ ਆ। ਬਿਲਕੁਲ। ਜਿਹੜੀ ਹੁਣ ਆਪਾਂ ਘਰਾਂ ਦੀ ਉਹ ਗੱਲ ਕਰਦੇ ਸੀਗੇ ਵੀ ਮੰਨ ਲਓ ਜਿਵੇਂ ਮੈਂ ਕਹਿਤਾ ਸੀਗਾ ਵੀ ਜੇ ਫੀਲਡ ਆ ਤਾਂ ਕਾਤੇ ਨਹੀਂ ਉਹ ਬਣਦਾ। ਹੁਣ ਮੰਨ ਲਓ ਆਪਾਂ ਇੱਥੇ ਆ ਪਾਰਕ 'ਚ ਤੁਰ ਰਹੇ ਹਾਂ, ਠੀਕ ਆ, ਇਹ ਸਾਰੀਆਂ ਚੀਜ਼ਾਂ ਨਾਲ ਦੀ ਨਾਲ ਮੈਟਰ ਕਰਦੀਆਂ। ਹਾਂਜੀ, ਹੈ ਨਾ। ਸੋ ਇੱਕ ਮੈਨੂੰ ਹੋਰ ਗੱਲ ਦੱਸਿਓ ਵੀਰੇ ਵੀ ਇਹ ਵੀ ਸ਼ਾਇਦ ਕਿਤੇ ਨਾ ਕਿਤੇ ਬੜੀ ਇੰਪੋਰਟੈਂਟ ਆ। ਹਾਂਜੀ, ਜਿਹੜਾ ਬੰਦਾ GTA 'ਚ ਕੰਮ ਕਰਦਾ ਜਾਂ ਉਹਦੀ ਜੌਬ ਆ GTA ਦੇ ਵਿੱਚ, ਰਾਈਟ, ਹੈ ਨਾ। ਸੋ ਬੰਦਾ ਕਿਤੇ ਨਾ ਕਿਤੇ ਅਫੋਰਡੇਬਲ ਨਹੀਂ ਹੁੰਦਾ ਕਈ ਵਾਰ ਘਰ ਨੂੰ, ਕਿਉਂਕਿ ਘਰਾਂ ਦੇ ਰੇਟ ਇੱਥੇ ਅਪ ਨੇ। ਹਾਂਜੀ, ਤਾਂ ਤੁਹਾਨੂੰ ਕੀ ਲੱਗਦਾ ਕਿ ਆਲੇ ਦਾਲੇ ਦੀਆਂ ਸਿਟੀਆਂ ਦੇ ਵਿੱਚ ਹਨਾ ਵੀ ਕੀ ਚੀਜ਼ ਬੈਸਟ ਹੋ ਸਕਦੀ ਹੈ ਰੈਜ਼ੀਡੈਂਸ਼ੀਅਲ ਲਈ? ਬਾਰਿਸ਼ ਮੈਂ ਆਲ ਦਾ ਟਾਈਮ ਜਦੋਂ ਪਹਿਲਾਂ ਹੋਇਆ ਸੀ ਲੋਕੀ GTA ਤੋਂ ਕਹਿੰਦੇ ਸੀ ਕਿ ਕੈਲਗਰੀ 'ਚ ਆ ਜਾਓ, ਐਡਮੰਟਨ 'ਚ ਆ ਜਾਓ, ਫੈਮਿਲੀਜ਼ ਕਈਆਂ ਦੀ ਇੱਥੇ ਸੀਗੀਆਂ ਹਨਾ। ਇਹ ਇੱਕ ਬੜਾ ਚੰਗਾ ਕਨਸੈਪਟ ਆ। ਕਈ ਜਦੋਂ ਤੁਸੀਂ ਲੈਂਡ ਕਰਦੇ ਆ ਜਿਹੜੀ ਜਗ੍ਹਾ ਆਉਂਦੇ ਆ ਤੁਹਾਨੂੰ ਉਹ ਜਗ੍ਹਾ ਪਸੰਦ ਹੋਣ ਲੱਗ ਪੈਂਦੀ ਹੈ, ਤੁਹਾਡਾ ਦਿਲ ਨਹੀਂ ਕਰਦਾ ਉੱਥੋਂ ਜਾਣ ਨੂੰ ਓਬਵੀਅਸਲੀ। ਪਰ ਜੇ ਤੁਸੀਂ ਸੋਚਿਆ ਜਾਵੇ ਨਾ ਜਿਹੜਾ ਤੁਸੀਂ ਸਟੇਟ ਤੋਂ ਬਾਹਰ ਜਾਂਦੇ ਆ, ਇੱਥੇ ਵੀ ਬਹੁਤ ਆਪਸ਼ਨਸ ਹੁੰਦੀਆਂ। ਓਕੇ। ਤੇ ਤੁਸੀਂ ਇੱਥੇ ਲਾਗੇ ਦੇ ਟਾਊਨ ਆ GTA ਤੋਂ ਥੋੜਾ ਜਿਹਾ ਬਾਹਰ ਚਲ ਜਾਓ, 50 ਕਿਲੋਮੀਟਰ 100 ਕਿਲੋਮੀਟਰ ਬਾਹਰ ਜਾਓ, ਦੇਅਰ ਇਜ਼ ਕੈਂਬਰਿਜ, ਕਿਚਨਰ ਟਾਊਨ ਆ, ਬ੍ਰੈਂਡਫੋਰਡ ਆ, ਤੁਸੀਂ ਨਾਗਰਾ ਫਾਲ ਵੀ ਜਾ ਸਕਦੇ ਆ। ਮਤਲਬ ਜੇ ਤੁਸੀਂ ਅੰਟਾਰੀਓ 'ਚ ਰਹਿਣਾ ਕਿ ਇੰਨੇ ਉਹ ਤੁਸੀਂ ਕੰਪੈਰੀਬਲ ਉਹਦੇ ਕਲੋਜ਼ ਤੁਸੀਂ ਪ੍ਰਾਪਰਟੀ ਲੈ ਸਕਦੇ ਸੀ। ਪਰ ਗੱਲ ਐਂਡ ਤੇ ਫਿਰ ਉਹੀ ਆ ਜਾਂਦੀ ਹੈ ਕਿ ਤੁਸੀਂ ਕੰਸਲਟ ਕਿਹਦੇ ਨਾਲ ਕਰ ਰਹੇ ਆ। ਓਕੇ, ਮੇਨ ਚੀਜ਼ ਇਹੀ ਹੈ, ਮੇਨ ਕੀ ਕਿ ਤੁਸੀਂ ਜਦ ਤੱਕ ਉਦ ਤੱਕ ਰੈਲਟਰ ਵੀ ਉਦ ਤੱਕ ਹੀ ਤੁਹਾਡੀ ਹੈਲਪ ਕਰ ਸਕਦਾ ਜਦੋਂ ਤੁਸੀਂ ਰੈਲਟਰ ਦੇ ਨਾਲ ਆਪਣੀ ਹਰ ਦੱਸੋਗੇ, ਆਪਣੀ ਹਰ ਹਨਾ ਕਿ ਆਪਣਾ ਬਜਟ ਖੋਲੋਗੇ। ਕਈ ਵਾਰ ਮੈਨੂੰ ਫੇਸ ਹੋਇਆ ਕਿ ਜਿਹੜੇ ਕਲਾਇੰਟ ਆ ਨਾ ਉਹ ਆਪਣੀ ਜਾਂ ਮੇਰੇ ਉਹ ਆਪਣੀ ਪੂਰੀ ਗੱਲ ਨੂੰ ਨਹੀਂ ਖੋਲ ਕੇ ਅੱਧੀ ਗੱਲ ਰੋਕ ਹਨਾ, ਉਹ ਆਪਣਾ ਅੰਦਰ ਹੀ ਕਰੀ ਜਾਓਗੇ। ਅੱਛਾ, ਮੇਰੇ ਇੱਕ ਐਕਸਪੀਰੀਅੰਸ ਹੋਰ ਹੋਇਆ ਕਿ ਕਈ ਵਾਰ ਮੇਰੇ ਨਾਲ ਪਰਸਨਲੀ ਹੋਇਆ ਕਿ ਕਲਾਇੰਟ ਕੋ ਬਜਟ ਹੁੰਦਾ ਆ ਪਰ ਉਹਦੇ ਆਪਣੇ ਮਾਈਂਡ 'ਚ ਸੋਚਦਾ ਰਹਿੰਦਾ ਕਿ ਨਹੀਂ ਮੈਂ ਇੰਨੇ ਜੋੜ ਲਵਾਂ ਫਿਰ ਮੈਂ ਲੈ ਸਕਦਾ। ਓਕੇ। ਫਿਰ ਮੈਂ ਉਹਨੂੰ ਦੱਸਿਆ ਕਿ ਨਹੀਂ ਤੂੰ ਇਹ ਘਰ ਲੈ ਸਕਦਾ ਆ। ਓਕੇ। ਫਿਰ ਉਹਨੂੰ ਜਦੋਂ ਉਹਦਾ ਗ੍ਰਾਫ ਬਣਾਇਆ, ਬਜਟ ਬਣਾਇਆ ਐਂਡ ਅੱਜ ਉਹਦੇ ਕੋਲ ਮਤਲਬ ਮੈਨੂੰ ਬੜਾ ਚੰਗਾ ਲੱਗਦਾ, ਅੱਜ ਉਹਦੇ ਕੋਲ 3 ਘਰ ਨੇ। ਉਹਨੇ ਇੱਕ ਗਾਈਡੈਂਸ ਦੀ ਗੱਲ ਸੀ, ਇੱਕ ਗਾਈਡੈਂਸ ਦੀ ਲੋੜ ਸੀ। ਜਦੋਂ ਮੈਂ ਦੇਖਿਆ ਬਿਕੋਜ਼ ਉਹ ਪਿੱਛੋਂ ਫਾਈਨੈਂਸ਼ੀਅਲੀ ਕਿਉਂਕਿ ਕਈ ਇੱਥੇ ਪਰਿਵਾਰ ਆਏ ਨੇ ਜਿਹਨਾਂ ਨੂੰ ਪਿੱਛੇ ਵੀ ਦੇਖਣਾ ਪੈਂਦਾ, ਓਬਵੀਅਸਲੀ ਉਹਨੂੰ ਪਿੱਛੇ ਨਹੀਂ ਦੇਖਣਾ ਪੈਂਦਾ ਸੀ। ਓਕੇ। ਉਹ ਇੱਥੇ ਹੀ ਕਮਾਉਂਦਾ ਸੀਗਾ ਬਿਕੋਜ਼ ਬੈਕਗ੍ਰਾਉਂਡ ਉਹਦੀ ਸਟਰੋਂਗ ਸੀਗੀ ਹੈ ਨਾ। ਜਦੋਂ ਮੈਂ ਉਹਦਾ ਦੇਖਿਆ ਮੈਂ ਕਿਹਾ ਨਹੀਂ ਵੀ ਯੂ ਕੈਨ ਬਾਏ ਹੋਮ ਹੈ ਨਾ। ਇਸੇ ਤਰ੍ਹਾਂ ਇੱਕ ਦੀ ਵਾਈਫ ਇੱਥੇ ਸੀਗੀ, ਉਹਦਾ ਕ੍ਰੈਡਿਟ ਗੁੱਡ ਸੀਗਾ, ਉਹ ਹਜੇ ਨਵਾਂ ਸੀ, ਉਹ PR ਹੋਇਆ ਤੇ ਉਹਦੀ ਵਾਈਫ ਨੂੰ ਪੁਰਾਣਾ ਟਾਈਮ ਹੋਇਆ ਸੀਗਾ ਤੇ ਉਹਨਾਂ ਦੇ ਬੇਸ ਤੇ ਉਹਨੂੰ ਹਜੇ ਮੁੰਡੇ ਨੂੰ 1 ਸਾਲ ਹੋਇਆ ਸੀ ਆਏ ਨੂੰ। ਓਕੇ। ਤੇ ਉਹਨੇ ਘਰ ਲੈ ਲਿਆ। ਸਹੀ ਹੈ। ਤੇ ਉਹਦੀ ਵਾਈਫ ਨੂੰ ਥੋੜਾ ਟਾਈਮ ਜ਼ਿਆਦਾ ਹੋਇਆ ਸੀ। ਇਦਾਂ ਕਈ ਹੁੰਦਾ, ਹਰ ਇੱਕ ਫੈਮਿਲੀ ਦਾ ਆਪੋ ਆਪਣਾ ਇੱਕ ਕਨਸੈਪਟ ਹੁੰਦਾ, ਕਲਾਇੰਟ ਦਾ ਪੋਰਟਫੋਲੀਓ ਹੁੰਦਾ ਉਹਦਾ ਜੀ। ਉਹ ਜਦ ਤੱਕ ਇੱਕ ਚੰਗੇ ਕੰਸਲਟੈਂਟ ਨੂੰ ਨਹੀਂ ਮਿਲਦਾ ਨਾ, ਚੰਗੇ ਰਾਈਟਰ ਨੂੰ ਨਹੀਂ ਮਿਲਦਾ, ਉਹਨੂੰ ਮਿਲਣਾ ਬਹੁਤ ਜ਼ਰੂਰੀ ਹੈ। ਸੋ ਇੱਕ ਮੇਰਾ ਲਾ ਲਓ ਕਿ ਇਹ ਉਹ ਬੰਦਿਆਂ ਦਾ ਇਹ ਸਵਾਲ ਹੋ ਸਕਦਾ ਹੈ ਕਿ ਜਿਹੜੇ ਲਾ ਲਓ ਕਿ ਕੋਈ ਵਰਕ ਪਰਮਿਟ ਤੇ ਆ ਜਾਂ ਨਵੇਂ ਹਾਲੇ ਕੋਈ PR ਹੋਇਆ ਹੈ ਨਾ, ਕਿਉਂਕਿ ਜਦੋਂ ਇੱਕ ਇਹ ਨਾਰਮਲ ਗੱਲ ਆ, ਜਦੋਂ ਬੰਦਾ PR ਹੋ ਜਾਂਦਾ ਤਾਂ ਉਦੋਂ ਬੰਦਾ ਇੱਕ ਸਟੈਪ ਅੱਗੇ ਸੋਚਣ ਲੱਗ ਜਾਂਦਾ ਕਿ ਮੈਂ ਆਪਣੀ ਲਾਈਫ 'ਚ ਅੱਗੇ ਕੀ ਕਰਾਂ। ਬੇਸਿਕ ਗੱਲ ਆ, ਜੋ PR ਹੁੰਦੇ ਆ ਨਾ ਤੁਹਾਡੀ ਵੇ ਆਫ ਥਿੰਕਿੰਗ ਬਦਲ ਜਾਂਦੀ ਹੈ। ਸਿੱਧਾ ਪਹਿਲਾਂ ਘਰ ਕੰਨੀ ਫੋਕਸ ਜਾਂਦਾ ਹੈ, ਘਰ ਕੰਨੀ ਵੀ ਫੋਕਸ ਜਾਂਦਾ ਤੇ ਤੁਸੀਂ ਮਤਲਬ ਤੁਹਾਡੀ ਫੋਕਸ ਵੀ ਬਦਲ ਜਾਂਦਾ ਹੈ ਨਾ। ਤਾਂ ਹੁਣ ਸਪੋਜ਼ ਕਰ ਲਓ ਕਿ ਕੱਲ ਨੂੰ ਕੋਈ ਸਟੂਡੈਂਟ ਸੀਗਾ, ਵਰਕ ਪਰਮਿਟ ਤੇ ਸੀਗਾ, ਉਹ ਕੱਲ ਨੂੰ ਕੋਈ PR ਹੋ ਗਏ, 4 ਜਣੇ ਰਲੇ ਹੋਏ ਨੇ, ਸਪੋਜ਼ ਕਰ ਲਓ ਹੈ ਨਾ। ਇਹ ਵੀ ਚਲੋ ਗੱਲ ਕਲੀਅਰ ਹੁੰਦੀ ਆ ਕਿ ਉਹਨਾਂ ਕੋਲ ਡਾਊਨ ਪੇਮੈਂਟ ਨਹੀਂ ਆ, ਕੋਈ 10-20 ਹਜ਼ਾਰ ਹੋਵੇ, ਗੱਲ ਡਿਫਰੈਂਟ ਆ, ਰਾਈਟ ਹੈ ਨਾ। ਜਿਹੜੇ ਉਹ ਫਿਰ ਥਿੰਕਿੰਗ ਹੁੰਦੀ ਆ ਕਿ ਅਸੀਂ B ਲੈਂਡਰ ਤੋਂ ਕੁਝ ਪੇਮੈਂਟ ਲੈ ਕੇ ਡਾਊਨ ਦੇ ਕੇ ਦੁਬਾਰੇ ਘਰ ਦੀ ਮੌਰਗੇਜ ਕਰਾ ਲਈਏ, ਉਹ ਚੀਜ਼ ਪੁਆਇੰਟ ਆਫ ਵਿਊ ਕਿੰਨਾ ਕੁ ਸਹੀ ਆ ਜਾਂ ਨਹੀਂ ਸਹੀ ਆ? ਜਿਹੜੀ ਗੱਲ ਜੇ ਤੁਹਾਡੇ ਕੋਲ ਦੇਖੋ, ਪਹਿਲੀ ਗੱਲ ਤਾਂ ਇਹ ਚੀਜ਼ ਨਹੀਂ ਮੈਂ ਮੰਨਦਾ ਕਿ ਜੇ ਉਹ 2 ਜਣੇ ਨੇ ਜਾਂ 3 ਜਣੇ ਨੇ ਰਲ ਕੇ ਜੇ ਉਹਨਾਂ ਕੋਲ ਪੈਸੇ ਹੀ ਨਹੀਂ ਹੈਗੇ ਫਿਰ ਘਰ ਲੈਂਦੇ ਆ, ਤਾਂ ਟੂ ਬੀ ਓਨੈਸਟ ਕਹਿਣਾ ਫਿਰ ਨਹੀਂ। B ਲੈਂਡਰ ਤੋਂ ਕਈਆਂ ਦੀ ਜਾਣ ਦੀ ਮਜਬੂਰੀ ਬਣ ਜਾਂਦੀ, ਕਈ ਵਾਰ ਉਹਨਾਂ ਦਾ ਹਾਂ ਤੁਹਾਡੇ ਕੋਲ ਕੁਝ ਪੋਰਸ਼ਨ ਘੱਟ ਆ ਜਾਂ ਤੁਹਾਡੇ ਕਈ ਵਾਰ ਕ੍ਰੈਡਿਟ ਸਮ ਟਾਈਮ ਬੈਂਕ ਨਹੀਂ ਅਪਰੂਵ ਕਰਦੀ, ਉਹ ਤਾਂ ਚਲੋ ਬਣਦਾ ਵੀ ਉਹ ਤੁਸੀਂ B ਲੈਂਡਰ ਚੋਂ ਕਈ ਵਾਰ ਇੱਥੇ ਕੀ ਹੁੰਦਾ ਆ ਕਿ ਸਾਡੀਆਂ ਜਿਹੜੀਆਂ ਮੈਂ ਦੱਸਣਾ ਚਾਹੁੰਦਾ ਜਿਹੜੀਆਂ ਸਾਡੀਆਂ 2 ਫਾਰਮਾਂ ਟਰਾਂਸ ਯੂਨੀਅਨ ਆ, ਇਕੋਫੈਕਸ ਆ ਨਾ, ਸਾਨੂੰ ਆਲ ਦਾ ਟਾਈਮ ਚੈੱਕ ਕਰ ਦੇਣਾ ਚਾਹੀਦਾ। ਓਕੇ। ਤੁਸੀਂ ਆਲ ਦਾ ਟਾਈਮ ਚੈੱਕ ਕਰਦੇ ਰਹੋ ਤੁਹਾਡਾ ਕ੍ਰੈਡਿਟ ਸਕੋਰ ਕਿੱਥੇ ਸਟੈਂਡ ਕਰਦਾ। ਸਹੀ ਹੈ। ਕੀ ਹੁੰਦਾ ਹੈ ਕਿ ਮੇਰੇ ਕੋਲ 2 ਕਲਾਇੰਟ ਆਏ, ਮੈਂ ਦੇਖਿਆ ਉਹਨੇ ਆਪਣਾ ਇਕੋਫੈਕਸ ਨਹੀਂ ਚੈੱਕ ਕੀਤਾ, ਜਦੋਂ ਉਹਨੂੰ ਘਰ ਲੈ ਕੇ ਦੇਣ ਲੱਗੇ ਉਹਦਾ ਸੇਮ ਨਾਮ ਕਿਸੇ ਨਾਲ ਕਲੈਸ਼ ਕਰਦਾ ਸੀ ਤੇ ਉਹਦਾ ਕ੍ਰੈਡਿਟ ਸਕੋਰ ਬੜਾ ਥੱਲੇ ਗਿਆ ਸੀ। ਓਕੇ। ਉਹਨੂੰ ਬੜਾ ਕੌਨਫੀਡੈਂਟ ਸੀ, ਅਸੀਂ ਕਲਾਇੰਟ ਨੂੰ ਆਲ ਦਾ ਟਾਈਮ ਕਹੀਦਾ, ਉਹਨੇ ਪ੍ਰਾਪਰਟੀ ਬਾਏ ਕਰ ਲਈ ਐਂਡ ਮੈਨੂੰ ਕਹਿੰਦਾ ਕਿ ਮੈਂ ਜਦੋਂ ਉਹਦਾ ਕਹਿੰਦਾ ਮੇਰਾ ਕ੍ਰੈਡਿਟ ਸਕੋਰ ਬੜਾ ਡਾਊਨ ਚਲਾ ਗਿਆ। ਓਕੇ। ਫਿਰ ਸਮ ਪੋਰਸ਼ਨ ਵਿੱਚ ਜਾ ਕੇ ਤੁਸੀਂ B ਲੈਂਡਰ ਕੋ ਵੀ ਚਾਹੁੰਦੇ ਆ, ਪਰ ਇਹ ਡਿਪੈਂਡ ਕਰਦਾ। ਪਰ ਜੇ ਤੁਹਾਡਾ ਮੈਂ ਆਲ ਦਾ ਟਾਈਮ ਕਹਿੰਦਾ ਜੇ ਤੁਹਾਡਾ ਕ੍ਰੈਡਿਟ ਸਕੋਰ ਸਹੀ ਆ, ਤੁਹਾਡੇ ਕੋਲ ਅਮਾਉਂਟ ਆ, ਤੇ ਇਹ ਲੈਂਡਰ ਦੇ ਇਹ ਲੈਂਡਰ ਤੁਹਾਨੂੰ ਆਲ ਦਾ ਟਾਈਮ ਦੇ ਗਿਵ ਯੂ ਮਨੀ
ਉਹਨੇ ਪੈਸੇ ਤੁਹਾਤੋਂ ਹੀ ਬਣਾਉਣੇ ਆ। ਹੁਣ ਬੈਂਕਸ ਮੇਕ ਅ ਮਨੀ ਫਰਮ ਯੂ। ਇਹ ਵੀਰੇ ਗੱਲ ਸਹੀ ਹੈ ਕਿ ਮੰਨ ਲਓ ਹੁਣ ਕੋਈ ਬੰਦਾ ਹੁਣ ਤੁਹਾਡੇ ਕੋਲ ਘਰ ਲੈਣ ਆਉਂਦਾ ਆ ਹਨਾ, ਵੈਸੇ ਤੁਸੀਂ ਬਹੁਤ ਸਾਰੇ ਘਰ ਸੇਲ ਆਊਟ ਕੀਤੇ ਨੇ ਚਲੋ ਹੈ ਨਾ, ਮੈਂ ਨਵੇਂ ਬੰਦੇ ਦੀ ਗੱਲ ਕਰਦਾ ਕਿਉਂਕਿ ਆਪਾਂ ਸਾਰੇ ਨਵੇਂ, ਕਿਉਂਕਿ ਜਿਹਨੇ ਸੈਕਿੰਡ ਜਾਂ ਥਰਡ ਟਾਈਮ ਲੈਣਾ ਉਹ ਤਾਂ ਬੰਦੇ ਨੂੰ ਐਕਸਪੀਰੀਅੰਸ ਹੋ ਜਾਂਦਾ ਹੈ। ਹਾਂਜੀ ਹਾਂਜੀ। ਹੁਣ ਮੰਨ ਲਓ ਕਿ ਕੱਲ੍ਹ ਨੂੰ ਬੰਦੇ ਨੇ ਮੌਰਗੇਜ ਦੀ ਹੁੰਦਾ ਜਾਂ ਹੋਰ, ਉਹ ਤੁਸੀਂ ਸਾਰੀਆਂ ਚੀਜ਼ਾਂ ਉਹਨਾਂ ਨੂੰ ਗਾਈਡ ਕਰਦੇ ਹੋ ਜਾਂ ਜੀ? ਇਹ ਚੀਜ਼ ਮੇਰਾ ਪਰਸਨਲੀ ਹਾਰਟ ਲਈ ਹੈ ਨਾ, ਕਿਉਂਕਿ ਅਸੀਂ ਵੀ, ਮੈਂ ਵੀ ਇਸ ਤਰ੍ਹਾਂ ਆਇਆ। ਜਦੋਂ ਤੁਸੀਂ ਆਉਨੇ ਆ ਇਕੱਲੇ ਆਉਨੇ ਆ, ਬਿਲਟ ਕਰਦੇ ਆ, ਸ਼ਾਇਦ ਇਸ ਕਰਕੇ ਮੈਂ ਥੋੜਾ ਇਮੋਸ਼ਨਲੀ ਵੀ ਬੜਾ ਆਪਣੀ, ਬੇਸ਼ੱਕ ਨੌਲੇਜ ਇੰਡੀਆ ਸੀਗੇ ਇੱਥੇ, ਮੇਰਾ ਹੁੰਦਾ ਕਿ ਉਹਨੂੰ ਮੈਂ ਉਹਦੀ ਹਰ ਤਰ੍ਹਾਂ ਹੈਲਪ ਕਰਦਾ ਉਹਨੂੰ ਪ੍ਰੋਪਰ। ਮੈਨੂੰ ਲੱਗਦਾ ਹੈ ਕਿ ਉਹਦੀ ਕ੍ਰੈਡਿਟ ਸਕੋਰ ਤੋਂ ਬਾਅਦ ਫਿਰ ਉਹਨੂੰ ਮੌਰਗੇਜ ਸਪੈਸ਼ਲਿਸਟ ਨੂੰ ਮਿਲਾਈਦਾ, ਫਿਰ ਉਹਨੂੰ ਐਡਵਾਈਸ ਦੇਵੇ। ਫਿਰ ਜਿਹੜੇ ਹੁਣ ਮੌਰਗੇਜ ਸਪੈਸ਼ਲਿਸਟ ਸਾਡੇ ਨਾਲ ਇੰਨੇ ਚਿਰਾਂ ਤੋਂ ਜੁੜੇ ਹੋਏ ਨੇ, ਉਹਨਾਂ ਦੇ ਨਾਲ ਉਹਨਾਂ ਦੀ ਮੀਟਿੰਗ ਕਰਾਈ ਦੀ ਆ। ਦੇ ਹੈਵ ਚੂਜ਼ ਕਿਹਦੇ ਨਾਲ ਉਹਨੇ ਕੰਮ ਕਰਨਾ, ਕਿਹਦੇ ਨਾਲ ਕੰਮ ਕਰਨਾ, ਕਿਉਂਕਿ ਸਾਡਾ ਨਾ ਉਹਨਾਂ ਨਾਲ ਐਕਸਪੀਰੀਅੰਸ ਹੁੰਦਾ ਕਿ ਕਿਹੜੇ ਬੈਂਕ ਨਾਲ ਸਪੈਸ਼ਲਿਸਟ ਆ, ਉਹਨਾਂ ਨੂੰ ਉਹਨਾਂ ਦੇ ਬਾਰੇ ਇੰਟਰੋਡਿਊਸ ਕਰਾ ਦਈਦਾ ਤੇ ਐਂਡ ਦੇ ਅੱਗੇ ਅਗਲਾ ਸਿੱਧੀ ਗੱਲ ਕਰਦਾ, ਦੇ ਵਰਕ ਵਿਦ ਦੈਮ, ਹਨਾ। ਪਰ ਮਤਲਬ ਇਹ ਆ ਕਿ ਸਾਵੇਂ ਉਹਨੇ ਨਵੇਂ ਬੰਦੇ ਨੂੰ ਮਿਲਣਾ, ਸਾਡਾ ਐਕਸਪੀਰੀਅੰਸ ਇਹ ਹੋ ਜਾਂਦਾ ਕਿ ਅਸੀਂ ਉਹਨਾਂ ਨਾਲ ਇੰਨੇ ਸਾਲਾਂ ਤੋਂ ਉਹਨਾਂ ਨਾਲ ਕੰਮ ਕਰ ਰਹੇ ਆ, ਸੋ ਵੀ ਗਿਵ ਦੈਮ ਨੰਬਰ, ਹਨਾ। ਤੇ ਉਹਨਾਂ ਨੂੰ ਪਰਸਨਲ, ਮੈਂ ਆਪਣੀ ਇਨਵੋਲਵਮੈਂਟ ਆਪ ਰੱਖਦਾ ਉਹਨਾਂ ਦੇ ਵਿੱਚ ਕਿ ਉਹ ਕਿੱਦਾਂ ਵਰਕ ਕਰ ਰਿਹਾ। ਬੇਸ਼ੱਕ ਇਹ ਮੇਨ ਚੀਜ਼ ਹੈ, ਕਿਉਂਕਿ ਨਵੇਂ ਬੰਦੇ ਨੂੰ ਮੈਨੂੰ ਉਹਨੂੰ ਤਾਂ ਪਤਾ ਨਹੀਂ, ਫਿਰ ਮੈਂ ਉਹਨੂੰ ਗਾਈਡ ਵੀ ਕਰਦਾ ਕਿ ਉਹ ਤੇਰਾ ਮੌਰਗੇਜ ਜਿਹੜਾ ਸਪੈਸ਼ਲਿਸਟ ਆ ਉਹ ਤੈਨੂੰ ਕਿੱਦਾਂ ਗਾਈਡ ਕਰਦਾ। ਮੈਂ ਆਪਣੇ ਉਹਨੂੰ ਕਲਾਇੰਟ ਨੂੰ ਹਮੇਸ਼ਾ ਕਹਿੰਦਾ ਹੁੰਦਾ ਕਿ ਮੈਨੂੰ ਜ਼ਰੂਰ ਆ ਕੇ ਦੱਸੀ, ਕਿਉਂ? ਬਿਕੋਜ਼ ਉਹਦਾ ਫਸਟ ਹੋਮ ਆ, ਉਹਨੂੰ ਨਹੀਂ ਪਤਾ ਹਨਾ ਕਿ ਉਹਨੂੰ ਕਿਹੜੀ ਚੀਜ਼ ਆ, ਜੋ ਵੀ ਉਹਨੂੰ ਚੀਜ਼ ਪੁੱਛੀ ਹੁੰਦੀ ਆ, ਮੈਂ ਆਲ ਦਾ ਟਾਈਮ ਕਹਿੰਦਾ ਨਾਲ ਟੈਲ ਮੀ ਕਿ ਉਹ ਤੈਨੂੰ ਕੀ ਪੁੱਛਿਆ ਉਹਨੇ ਤੇ ਤੈਨੂੰ ਕਿਹੜੀ ਸਟੇਜ ਤੇ ਆ, ਹਨਾ। ਕਾਫੀ ਹੱਦ ਤੱਕ ਹੁਣ ਇੰਨੇ ਸਾਲਾਂ ਦਾ ਐਕਸਪੀਰੀਅੰਸ ਹੋ ਗਿਆ, ਸਾਨੂੰ ਆਪੇ ਪਤਾ ਲੱਗ ਜਾਂਦਾ ਕਿ ਬੰਦਾ ਕਿੱਥੇ ਸਟੈਂਡ ਕਰਦਾ। ਪਰ ਹਾਂ, ਮੌਰਗੇਜ ਦੀਆਂ ਕੁਝ ਸਟੈਪਸ ਹੁੰਦੇ ਆ ਉਹਦੇ ਵੀ, ਕਿ ਉਹਦੀ ਇਨਕਮ ਦੇਖਣੀ ਹੁੰਦੀ ਹੈ ਉਹਨੇ, ਕਿ ਉਹ ਕਿੰਨੇ ਦੇ ਬਜਟ ਵਾਲਾ ਘਰ ਲੈਂਦਾ। ਹਾਂ, ਮੈਂ ਸੁਪਨਾ ਨਹੀਂ ਦਿਖਾਲਦਾ ਕਿਸੇ ਨੂੰ ਕਿ ਤੂੰ ਤੇ 15 ਲੱਖ ਦਾ ਘਰ ਲੈ ਲੈ, 14 ਦਾ ਲੱਖ ਲਾ, ਨਹੀਂ ਤੂੰ 10 ਲੱਖ ਦਾ ਲੈ ਲੈ। ਉਹਦਾ ਜਿੰਨਾ ਉਹਦਾ ਮੌਰਗੇਜ ਵਾਲੇ ਉਹਦਾ ਕਹਿੰਦੇ ਅਲਾਉ ਕਰਦੇ ਆ, ਫਿਰ ਉਹ ਇਹ ਵੀਰੇ ਬੜਾ ਨਾ ਮੇਨ ਐਪੀਸੋਡ, ਮੈਂ ਇਸ ਤੇ ਵਾਕਈ ਤੁਹਾਡੇ ਨਾਲ ਇਸ ਤੇ ਬੈਠਣਾ ਚਾਹਣਾ ਕਿਰਾਂ, ਕਿਉਂਕਿ ਜਿਹੜੀ ਆਹ ਚੀਜ਼ ਜਿਹੜੀ ਹੁਣ ਤੁਸੀਂ ਦੱਸੀ ਆ ਕਿ ਕਿਸੇ ਨੂੰ ਗਾਈਡ ਨਹੀਂ ਕਰ ਸਕਦੇ ਵੀ 15 ਲੱਖ ਦਾ ਘਰ ਲੈ ਲੈ ਜਾਂ 10 ਲੱਖ ਦਾ ਘਰ ਲੈ ਲੈ, ਹਨਾ। ਜਿਵੇਂ ਹੁਣ ਤੁਹਾਨੂੰ ਮੰਨ ਲਓ ਇਸ ਚੀਜ਼ ਦਾ ਐਕਸਪੀਰੀਅੰਸ ਆ, ਇਹ ਚੀਜ਼ ਦਾ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਸ ਚੀਜ਼ ਨੂੰ ਵੀ ਆਪਾਂ ਐਕਸਪਲੇਨ ਕਰ ਸਕਦੇ ਆ ਕਿ ਵੀ ਹਾਂ ਵੀ ਬੰਦੇ ਨੂੰ ਕਦੋਂ ਕਿੰਨੇ ਘਰ ਬਾਰੇ ਸੋਚਣਾ ਚਾਹੀਦਾ? ਕਿਉਂਕਿ ਜੇ ਹੁਣ ਮੰਨ ਲਓ ਮੈਂ ਪਹਿਲਾਂ ਹੀ 2 ਮਿਲੀਅਨ ਦੇ ਘਰ ਨੂੰ ਹੱਥ ਪਾ ਲਵਾਂ, ਬਣਦੀ ਹੋਵੇ ਗੱਲ ਮਿਲੀਅਨ ਦੀ, ਬੰਦੇ ਦਾ ਫਿਰ ਕੌਨਫੀਡੈਂਸ ਲੈਵਲ ਲੋ ਬੜਾ ਇੰਪੋਰਟੈਂਟ ਹੁੰਦਾ। ਇੰਪੋਰਟੈਂਟ ਚੀਜ਼, ਬਹੁਤ ਇੰਪੋਰਟੈਂਟ ਚੀਜ਼ ਆ ਇਹ। ਜਦੋਂ ਮੈਂ ਕਈ ਵਾਰ ਹੁੰਦਾ, ਦੇਖੋ ਸਾਨੂੰ ਸਾਰਿਆਂ ਨੂੰ ਵੱਡਾ ਘਰ ਪਸੰਦ ਆਉਂਦਾ, ਆਬਵੀਅਸਲੀ ਸਾਨੂੰ ਸਾਰਿਆਂ ਨੂੰ ਵੱਡੀ ਚੀਜ਼ ਪਸੰਦ ਆਉਂਦੀ ਹੈ। ਕੋਈ ਵੀ ਨਹੀਂ ਚਾਹੁੰਦਾ ਕਿ ਮੈਂ ਥੱਲਿਓਂ ਸ਼ੁਰੂ ਕਰਾਂ, ਸਾਰੇ 2 ਸਟੈਪ ਅੱਗੇ ਜਾਣਾ ਚਾਹੁੰਦੇ। ਪਰ ਜਿਹੜੇ ਸਿਆਣੇ ਹੁੰਦੇ ਆ ਨਾ, ਉਹ ਜਿਹੜਾ ਮੈਂ ਕਹਿੰਦਾ ਕਿ ਤੁਹਾਨੂੰ ਕਿਸੇ ਵੀ ਰਾਈਟਰ ਨਾਲ ਕੰਮ ਕਰਦੇ ਨਾ, ਤੁਹਾਨੂੰ ਉੱਤੇ ਵਿਸ਼ਵਾਸ ਰੱਖਣਾ ਚਾਹੀਦਾ। ਸਹੀ ਆ। ਉੱਤੇ ਉਹ ਕਿਸ ਤਰ੍ਹਾਂ ਦਾ ਇਹ ਤੁਸੀਂ ਦੇਖਣਾ, ਜੇ ਤੁਹਾਨੂੰ ਰਾਈਟਰ ਤੇ ਵਿਸ਼ਵਾਸ ਆ ਨਾ ਤੇ ਤੁਹਾਨੂੰ ਸਹੀ ਗਾਈਡਿੰਗ ਦੇ ਰਿਹਾ ਨਾ, ਉੱਤੇ ਵਿਸ਼ਵਾਸ ਰੱਖੋ। ਜਿਹੜਾ ਬਿਗਨਿੰਗ ਆ ਨਾ, ਉਹ ਬਿਗਨਿੰਗ ਤੁਸੀਂ ਆਪਣੇ ਬਜਟ ਅਕੋਰਡਿੰਗ ਚੱਲੋ। ਜੇ ਤੁਸੀਂ ਆਪਣੀ ਲਿਮਟ ਤੋਂ ਜ਼ਿਆਦਾ ਚੱਲਦੇ ਆ, ਫਿਰ ਤੁਹਾਨੂੰ ਉਨਾ ਹੀ ਜ਼ਿਆਦਾ ਔਖਾ ਹੋਣਾ ਪੈਂਦਾ ਅੱਗੇ। ਫਿਰ ਤੋਂ ਇਹਦੇ ਤੇ ਆਪਾਂ ਜ਼ਰੂਰ ਡੈਫੀਨਿਟਲੀ ਮੈਂ ਤੁਹਾਡੇ ਨਾਲ, ਤਾਂ ਵੈਸੇ ਤਾਂ ਵੀਰੇ ਹੁਣ ਇਹ ਬੜੀ ਲੰਬੀ ਸਟੋਰੀ ਆ, ਤੁਸੀਂ ਚਾਹੇ ਤੁਹਾਡੀ ਫੀਲਡ ਇਦਾਂ ਦੀ, ਇਹਦੇ ਬਾਰੇ ਤਾਂ ਜੇ ਮੈਂ ਕਹਿੰਦਾ ਸਮੁੰਦਰ ਨੇ 100 ਸਵਾਲ ਵੀ ਕਰ ਲਵਾਂ, ਮੈਨੂੰ ਲੱਗਦਾ ਨਹੀਂ ਮੁੱਕ ਸਕਦੇ ਨੇ। ਹਾਂ, ਰੀਅਲ ਸਟੇਟ ਇੱਕ ਸਮੁੰਦਰ ਆ। ਤੁਸੀਂ ਇਹਦੇ ਵਿੱਚ ਦੇਖ ਲਓ, ਰੀਅਲ ਸਟੇਟ ਦਾ ਮੈਂ ਜਦੋਂ ਅਸੀਂ ਰੀਅਲ ਸਟੇਟ ਦੇ ਵਿੱਚ ਵੜੇ ਆ ਨਾ, ਕਿ ਘਰ ਟਾਊਨ ਹਾਊਸ ਹੀ ਡਿਫਰੈਂਟ ਟਾਈਪ ਹੁੰਦੇ ਆ, ਘਰਾਂ ਦੀ ਬੜੀ ਟਾਈਪਸ ਆ, ਹਨਾ। ਹੁਣ ਜਦੋਂ ਉਹਦੇ ਐਂਡ ਤੁਸੀਂ ਰੈਜ਼ੀਡੈਂਸ਼ੀਅਲ ਆ, ਕਮਰਸ਼ੀਅਲ ਆ, ਲੈਂਡ ਡਿਵੈਲਪਮੈਂਟ ਆ, ਬਹੁਤ ਚੀਜ਼ਾਂ ਨੇ। ਹੁਣ ਉਹ ਸਮੁੰਦਰ ਤੇ ਕਿਹੜੇ ਕੋਨੇ 'ਚ ਅਸੀਂ ਬੈਠੇ ਆ, ਇਹ ਮਤਲਬ ਬੰਦੇ ਦੀ ਆਪਣੀ ਮਿਹਨਤ ਆ। ਅਸੀਂ ਹਜੇ ਮੈਨੂੰ ਲੱਗਦਾ ਜਿਵੇਂ ਅਸੀਂ ਕੁਝ ਨਹੀਂ ਸਿੱਖਿਆ ਇੰਨੇ ਸਾਲ ਤੋਂ ਬਾਅਦ ਵੀ, ਨਵੀਂ ਚੀਜ਼ ਸਿੱਖੀ ਜਾਂਦੇ ਆ, ਲਰਨ ਕਰੀ ਜਾਂਦੇ ਆ। ਕਿਉਂਕਿ ਮੈਨੂੰ ਹੁੰਦਾ ਕਿ ਜੇ ਕਿਸੇ ਨੂੰ ਕੋਈ ਵੀ ਆ, ਜਿੱਦਾਂ ਹੁਣ ਸਮ ਏਰੀਆ ਸਾਡੇ ਅੰਡਰ ਨਹੀਂ ਆਉਂਦੇ, ਕਿ ਮੈਂ ਹੁਣ ਜੇ ਮੈਂ ਕਹਿ ਦੇਵਾਂ ਕਿ ਮੈਂ ਜੀ ਨਹੀਂ, ਮੈਂ ਉਸ ਏਰੀਏ ਦੇ ਮੇਰੇ ਕੋਲ ਕੋਈ ਕਲਾਇੰਟ ਆਇਆ, ਮੇਰੀ ਆਦਤ ਆ ਪਹਿਲਾਂ ਉਸ ਚੀਜ਼ ਨੂੰ ਵਰਕ ਕਰਨਾ, ਪਹਿਲਾਂ ਉਸ ਚੀਜ਼ ਤੇ ਆਪ ਸਟੱਡੀ ਕਰਨੀ, ਉਸ ਏਰੀਏ ਦੀ ਪਿਛਲੇ 5-10 ਸਾਲਾਂ ਦੀ ਕੀ ਮਾਰਕੀਟ ਰਹੀ ਆ, ਕੀ ਰਹੀ ਆ। ਐਂਡ 1-2 ਚੀਜ਼ਾਂ ਪਤਾ ਨਹੀਂ ਬਾਕੀ ਡਾਕਟਰ ਕਰਦੇ ਕਿ ਨਹੀਂ ਕਰਦੇ। ਮੇਰਾ ਪਰਸਨਲ ਐਕਸਪੀਰੀਅੰਸ ਹੈ, ਮੈਂ ਪਰਸਨਲੀ ਜਾ ਕੇ ਉੱਥੇ ਵਿਜ਼ਿਟ ਕਰਦਾ। ਅੱਛਾ, ਕਿ ਜਾ ਕੇ ਬਾਏ ਕਾਰ ਉੱਥੇ ਜਾ ਕੇ ਆਉਣਾ, ਵਿਜ਼ਿਟ ਕਰਕੇ ਆਉਣਾ ਕਿ ਕਿੱਦਾਂ ਦਾ। ਬੇਸ਼ੱਕ ਮੇਰੇ ਕਲਾਇੰਟ ਨੂੰ ਪਸੰਦ ਵੀ ਆ ਉਹ ਏਰੀਆ, ਉਹ ਮੈਨੂੰ ਕਹਿ ਵੀ ਦਿੰਦਾ ਕਿ ਨਹੀਂ ਮੈਨੂੰ ਆਹ ਏਰੀਆ ਤੇ ਆਹ ਚੀਜ਼ ਘਰ ਚਾਹੀਦਾ, ਪਰ ਤੁਸੀਂ ਕੋਈ ਡਿਫਰੈਂਟ ਚੀਜ਼ਾਂ ਦੇਖਣੀਆਂ ਹੁੰਦੀਆਂ। ਪਰ ਮੈਂ ਜਾ ਕੇ ਦੇਖਣਾ ਹੁੰਦਾ ਕਿ ਉਹਨੇ ਆਪਣੇ ਵਿਜ਼ਨ ਨਾਲ ਦੇਖ ਲਿਆ, ਤੁਸੀਂ ਆਪਦੇ ਨਾਲ ਦੇਖਣਾ। ਜੇ ਉਹ ਇਨ ਦਾ ਐਂਡ ਆਫ ਉਹਨੇ ਮੈਨੂੰ ਕਹਿਣਾ ਕਿ ਭਾਜੀ ਤੁਸੀਂ ਮੈਨੂੰ ਕਿਹਾ ਸੀਗਾ, ਤੁਸੀਂ ਮੈਨੂੰ ਐਡਵਾਈਸ ਦੇਣ ਦੇ, ਮੈਂ ਚੰਗੀ ਐਡਵਾਈਸ ਤਾਂ ਹੀ ਦੇ ਸਕਦਾ ਜੇ ਮੈਨੂੰ ਉਸ ਚੀਜ਼ ਦੀ ਨੌਲੇਜ ਆ, ਉਸ ਏਰੀਆ ਦੀ ਨੌਲੇਜ ਆ। ਠੀਕ ਆ, ਮਾਰਕੀਟ ਨੂੰ ਸਟੱਡੀ ਕੀਤਾ ਆ, ਸਾਰਾ ਕੁਝ ਕੀਤਾ, ਪਰ ਏਰੀਆ ਡਿਪੈਂਡ ਕਰਦਾ
ਹਨਾ, ਫਿਰ ਉਹਨੂੰ ਅਸੀਂ ਡਾਟਾ ਵੀ ਦੇਖੀਦਾ ਉਸ ਕੀ ਮਾਰਕੀਟ ਕੀ ਕਰਦੀ ਆ ਨਾ ਉਸ ਏਰੀਆ ਵਿੱਚ ਉਹ ਕਰੀ। ਤੇ ਵੀਰੇ ਇੱਕ ਮੇਰੀਆਂ ਫੇਰ ਗੱਲਾਂ ਖਤਮ ਨਹੀਂ ਹੋਣੀਆਂ, ਮੈਂ ਤੁਹਾਨੂੰ ਕਹੀ ਜਾਂਦਾ ਤੇ ਜਿਹੜੇ ਹੁਣ ਮੰਨ ਲਓ ਬਹੁਤ ਸਾਰੇ ਨਵੇਂ ਨੇ ਜਿਹੜੇ ਤੁਹਾਡੀ ਫੀਲਡ 'ਚ ਆ ਰਹੇ ਨੇ ਹਨਾ, ਹਰ ਬੰਦੇ ਨੇ ਲਾਇਸੈਂਸ ਬਣਾ ਕੇ ਬੰਦਾ ਨਵਾਂ ਆ ਜਾਂਦਾ, ਤੁਹਾਨੂੰ ਲੱਗਦਾ ਕਿ ਇਸ ਚੀਜ਼ ਨਾਲ ਮਾਰਕੀਟ ਤੇ ਕੋਈ ਇਫੈਕਟ ਪੈਂਦਾ ਐਜ਼ ਅ ਕਲਾਇੰਟਾਂ ਤੇ ਜਾਂ ਨਹੀਂ? ਨਹੀਂ ਕੋਈ ਇਫੈਕਟ ਨਹੀਂ ਵੀ ਉਹ ਠੀਕ ਹੈ। ਮੈਂ ਕਹਿੰਦਾ ਦੇਖੋ ਹਰ ਇੱਕ ਬੰਦੇ ਨੇ ਆਪਣੀ ਕਿਸਮਤ ਦਾ ਕੰਮ ਹਨਾ, ਪਰ ਮੈਂ ਇੰਨਾ ਜ਼ਰੂਰ ਹੁੰਦਾ ਕਿ ਜਿਹੜਾ ਵੀ ਕਿਸੇ ਵੀ ਕੰਮ ਵਿੱਚ ਜਾਂਦਾ ਨਾ, ਕੋਈ ਡਾਕਟਰ ਬਣਦਾ, ਕੋਈ ਇੰਜੀਨੀਅਰ ਬਣਦਾ ਨਾ, ਨੌਲੇਜ ਨਾਲ ਜਾਵੇ, ਕੋਈ ਕਿਸੇ ਨੇ ਕੋਈ ਇਫੈਕਟ ਨਹੀਂ ਕਰਦਾ। ਡਿਪੈਂਡ ਫਿਰ ਕਲਾਇੰਟ ਤੇ ਆ, ਜੇ ਕਲਾਇੰਟ ਦੇਖ ਕੇ ਸਾਰੀਆਂ ਗੱਲਾਂ ਡਿਸਕਸ ਕਰਕੇ ਕਰਦਾ ਫਿਰ ਸਾਰਾ ਕੁਝ ਸਹੀ ਹੈ। ਪਰ ਹਰ ਫੀਲਡ ਦੇ ਵਿੱਚ ਕੰਪੀਟੀਸ਼ਨ, ਜਦੋਂ ਕੰਪੀਟੀਸ਼ਨ ਹੁੰਦਾ ਉਹਨਾਂ ਹੀ ਕੰਮ ਜ਼ਿਆਦਾ ਹੁੰਦਾ। ਮੈਂ ਤਾਂ ਕਹਿੰਦਾ ਵਧੀਆ ਚੀਜ਼ ਆ। ਹਰ ਕਿਸੇ ਨੂੰ ਮੈਨੂੰ ਜਦੋਂ ਕੋਈ ਐਡਵਾਈਸ ਕਹਿੰਦਾ ਕਿ ਭਾਜੀ ਮੈਂ ਰੀਅਲ estate ਦਾ ਲਾਇਸੈਂਸ ਲੈਣਾ ਚਾਹੁੰਦਾ, ਮੈਂ ਕਿਹਾ ਮੇਰੀ ਹੈਲਪ ਦੱਸਿਓ, ਓਕੇ ਮੈਨੂੰ ਦੱਸੋ ਮੈਂ ਤੁਹਾਡੀ ਹੈਲਪ ਕੀ ਕਰ ਸਕਦਾ। ਇਹ ਬਹੁਤ ਘੱਟ ਲੋਕ ਹੁੰਦੇ ਨੇ ਕਿ ਆਪਣੀ ਫੀਲਡ ਦੇ ਬੰਦੇ ਨੂੰ ਬੰਦਾ ਨਹੀਂ ਮੈਂ ਕਹਿੰਦਾ ਬਿਕੋਜ਼ ਸਾਰੀਆਂ ਚੀਜ਼ਾਂ ਹਰ ਕਿਸੇ ਲਈ ਨਹੀਂ ਬਣੀਆਂ। ਉਹ ਤਾਂ ਫਿਰ ਹੈਗਾ ਹੀ ਆ। ਕੋਈ ਬੰਦਾ ਚੰਗਾ, ਕੋਈ ਬੰਦਾ ਜਿਹੜਾ ਆ ਕਿ ਹਾਰਡ ਵਰਕ ਆ, ਕੋਈ ਮਾਈਂਡ ਵਰਕਰ ਆ, ਕੋਈ ਬੰਦਾ ਕਿ ਰਿਟੇਲ ਬਿਜ਼ਨਸ ਵਿੱਚ ਬੜਾ ਮਾਹਿਰ ਆ, ਕੋਈ ਬੰਦੇ ਆਈਟੀ ਦੇ ਬੜੇ ਮਾਹਿਰ ਆ। ਹੁਣ ਜੇ ਮੈਂ ਕੋਈ ਆਈਟੀ ਦਾ ਮੈਂ ਕਹਾਂ ਮੈਂ ਜ਼ਿਆਦਾ ਬਣ ਜਾ, ਮੈਨੂੰ ਨਹੀਂ ਬਣ ਹੋਇਆ ਨਾ, ਠੀਕ ਹੈ, ਡਿਪੈਂਡ ਕਰਦਾ। ਕੋਈ ਪ੍ਰੋਗਰਾਮਿੰਗ ਬੜਾ ਤਕੜੀ ਲਾਈਕ ਕਰਦਾ ਨਾ ਆਈਟੀ ਵਿੱਚ, ਇਹ ਡਿਫਰੈਂਟ ਆ। ਪਰ ਜਿਸ ਫੀਲਡ ਦੇ ਵਿੱਚ ਤੁਸੀਂ ਮਤਲਬ ਜਿਹਨੂੰ ਤੁਸੀਂ ਜ਼ਿਆਦਾ ਲਵ ਕਰਦੇ ਆ, ਦਿਲੋਂ ਪਿਆਰ ਕਰਦੇ ਆ, ਉਹ ਕੰਮ ਕਰਨਾ ਚਾਹੀਦਾ। ਠੀਕ ਹੈ ਜੀ। ਤੇ ਵੀਰੇ ਇੱਕ ਮੈਂ ਤੁਹਾਡੀ ਗੱਲ 'ਚ ਤੁਹਾਡੇ ਬਿਜ਼ਨਸ ਬਾਰੇ ਕੁਝ ਨਿੱਕੀ ਗੱਲ ਪੁੱਛਣਾ ਚਾਹੁੰਦਾ ਆ। ਤਾਂ ਮੈਨੂੰ ਇਹ ਗੱਲ ਦੱਸੋ ਕਿ ਲਾਈਕ ਤੁਸੀਂ ਇਕੱਲਾ ਘਰਾਂ ਦਾ ਹੀ ਲਾਈਕ ਜਿਵੇਂ ਪ੍ਰੋਪਰਟੀ ਦਾ ਕੰਮ ਜਾਂ ਕੋਈ ਇਸ ਤੋਂ ਇਲਾਵਾ ਡਿਫਰੈਂਟ ਵੀ ਕੁਝ ਹੋਰ ਹੁੰਦੇ ਆ, ਉਹ ਵੀ ਤੁਸੀਂ ਇਸ ਦੇ ਵਿੱਚ ਕਰ ਸਕਦੇ ਹੋ ਜਾਂ ਕਰਦੇ ਹੋ? ਘਰਾਂ ਦੇ ਨਾਲ ਆਪਾਂ ਨਾਲ ਕਮਰਸ਼ੀਅਲ ਵੀ ਕਰਦੇ ਹਾਂ। ਨਾਲ ਜਿੱਦਾਂ ਮੋਸਟਲੀ ਜਿੱਦਾਂ ਆਪਾਂ ਇਹੀ ਹੈ ਕਿ ਹਰ ਕੋਈ ਅੱਗੇ ਸਟੈਪ ਕਰਦਾ, ਘਰਾਂ ਦੇ ਨਾਲ ਮੈਂ ਕਮਰਸ਼ੀਅਲ ਵੀ ਕਰਦਾ। ਬੇਸਿਕਲੀ ਬਿਜ਼ਨਸ ਵਿੱਚ ਆ ਜਾਂਦੀ ਆ, ਲੈਂਡ ਡਿਵੈਲਪਮੈਂਟ ਆ ਜਾਂਦੀ ਆ, ਕੁਛ ਇੱਦਾਂ ਦੀਆਂ ਵੇਅਰ ਹਾਊਸਿੰਗ ਆ ਜਾਂਦੀਆਂ, ਉਹਨਾਂ ਦੇ ਨਾਲ ਡੀਲਸ ਕਰਦੇ ਆ। ਜਿਹੜੇ ਫਿਰ ਮੰਨ ਲਓ ਕਿ ਨਵੇਂ ਕੋਈ ਵੀ ਮੁੰਡੇ ਆ ਰਹੇ ਨੇ, ਤਾਂ ਉਹਨਾਂ ਨੂੰ ਤੁਸੀਂ ਇਹ ਗੱਲ ਜ਼ਰੂਰ ਮੰਨਦੇ ਹੋ ਕਿ ਕਹਿਣੀ ਚਾਹੋਗੇ ਇਹਨੂੰ ਕਿ ਫੁੱਲ ਟਾਈਮ ਜੌਬ ਹੈਗੀ ਆ ਇਹ ਜਾਂ ਬਿਜ਼ਨਸ? ਨਹੀਂ, ਦਿਸ ਇਜ਼ ਅ ਫੁੱਲ ਟਾਈਮ ਜੌਬ। ਫੁੱਲ ਟਾਈਮ ਜੌਬ ਆ। ਕਿਉਂਕਿ ਮੈਨੂੰ ਤੁਹਾਡੀ ਗੱਲ 'ਚੋਂ ਗੱਲ ਯਾਦ ਆਈ, ਕਿਉਂਕਿ ਤੁਸੀਂ ਕਿਹਾ ਕਿ ਜਿਹੜੇ ਹੁਣ ਕਲਾਇੰਟ ਨੂੰ ਦੂਰ ਕਿਤੇ ਏਰੀਆ 'ਚ ਮੰਨ ਲਓ ਪਸੰਦ ਆ, ਉਹਨੇ ਜਿਹਨੇ ਵਿਜ਼ਿਟ ਕਰਨਾ ਆ, ਮੰਨ ਲਓ ਤੁਹਾਨੂੰ 10 ਇਹੋ ਜਿਹੇ ਕਲਾਇੰਟ ਨੇ 10 ਥਾਂ ਵਿਜ਼ਿਟ ਕਰਨਾ ਪਏਗਾ, ਤਾਂ ਫੁੱਲ ਟਾਈਮ ਜੌਬ ਹੈ। ਦਿਸ ਇਜ਼ ਅ ਫੁੱਲ ਟਾਈਮ ਜੌਬ ਹੈ ਨਾ। ਤੁਸੀਂ ਫੁੱਲ ਟਾਈਮ ਦੇਖੋ ਇਸ ਤਰ੍ਹਾਂ ਆ ਕਿ ਤੁਸੀਂ ਕੋਈ ਵੀ ਪ੍ਰੋਫੈਸ਼ਨ ਆ, ਇਹ ਨਹੀਂ ਮੈਂ ਇਹ ਵੀ ਨਹੀਂ ਕਹਿੰਦਾ ਜਿਹੜੇ ਬੰਦੇ ਸਮ ਟਾਈਮ ਪਾਰਟ ਟਾਈਮ ਕਰਦੇ ਆ ਕਿ ਉਹ ਪਤਾ ਨਹੀਂ 18 ਘੰਟੇ ਕਰਦੇ ਹੋਣਗੇ, ਉਹ ਆਪਣਾ ਇੱਕ ਕੰਮ ਤੋਂ ਕੱਢ ਕੇ ਦੂਜੇ ਤੇ ਜਾ ਕੇ ਉਹ ਮਿਹਨਤ ਕਰਦੇ ਆ। ਮਿਹਨਤ ਜ਼ਰੂਰ ਕਰੋ, ਮਿਹਨਤ ਤਾਂ ਹੈਗੀ। ਮੈਂ ਇਹ ਨਹੀਂ ਕਹਿੰਦਾ ਮਤਲਬ ਹਾਂ, ਪਰ ਇਹ ਆ ਕਿ ਕੋਈ ਵੀ ਕੰਮ ਆ ਫੋਕਸ ਨਾ ਹੁੰਦਾ। ਜੇ ਤੁਸੀਂ ਉਹ ਤੇ ਪੂਰਾ 100% ਫੋਕਸ ਦਿੰਦੇ ਆ ਤਾਂ ਉਹ ਕੰਮ ਤੁਹਾਨੂੰ ਆਪਣੇ ਆਪ ਰਿਟਰਨ ਦੇਣ ਲੱਗ ਪੈਂਦਾ, ਰਾਈਟ। ਪਰ ਮੈਨੂੰ ਇਹ ਆ ਕਿ ਕਿਸੇ ਬੰਦੇ ਨੇ ਤੁਹਾਡੇ ਤੇ ਪੂਰੀ ਆਪਣੀ ਜ਼ਿੰਦਗੀ ਦੀ ਮਨੀ ਲਾਉਣੀ ਆ ਨਾ, ਤੁਹਾਡੇ ਤੇ ਉਹਨੇ ਆਪਣਾ ਸੁਪਨਾ ਇੱਕ ਹੁੰਦਾ ਡ੍ਰੀਮ, ਤੁਹਾਡੀ ਪਹਿਲਾਂ ਸਟੱਡੀ ਜ਼ਰੂਰੀ ਹੈ ਨਾ। ਸਾਨੂੰ ਪਤਾ ਹੋਣਾ ਚਾਹੀਦਾ ਕਿ ਜੇ ਉਸ ਮੇਰੇ ਤੋਂ ਆ ਚੀਜ਼ ਡਿਮਾਂਡ ਕਰਦਾ, ਮੈਨੂੰ ਉਸ ਚੀਜ਼ ਦੀ ਨੌਲੇਜ ਹੈਗੀ ਕਿ ਨਹੀਂ ਹੈ, ਮੈਂ ਜੇ ਉਹਨੂੰ ਚਾਹੀਦਾ ਤਾਂ ਮੈਂ ਉਹ ਡਨ ਕਰਾਂ। ਠੀਕ ਹੈ ਜੀ। ਤਾਂ ਵੀਰੇ ਹੁਣ ਮੈਂ ਤੁਹਾਨੂੰ ਲਾਸਟ 'ਚ ਇਹੀ ਗੱਲ ਕਹਿਣਾ ਚਾਹੂੰਗਾ ਕਿ ਮੰਨ ਲਓ ਚਾਹੇ ਕੋਈ ਨਵਾਂ ਬਾਇਰ ਆ, ਚਾਹੇ ਕੋਈ ਆਪਾਂ ਨੂੰ ਸੈਕਿੰਡ ਟਾਈਮ ਥਰਡ ਟਾਈਮ ਜਿਹਨੇ ਵੀ ਘਰ ਬਾਏ ਕਰਨਾ, ਤੁਸੀਂ ਸਾਰਿਆਂ ਨੂੰ ਇੱਕ ਕੀ ਮੈਸੇਜ ਆਪਣੇ ਵੱਲੋਂ ਆਪਦੇ ਐਕਸਪੀਰੀਅੰਸ ਨਾਲ ਕੀ ਦੇਣਾ ਚਾਹੋਗੇ? ਮੈਂ ਇਹ ਕਹਿੰਦਾ ਕਿ ਇਹ ਕੰਟਰੀ ਜਿਹੜੀ ਆ ਨਾ, ਤੁਸੀਂ ਇਸ ਕੰਟਰੀ 'ਚ ਬਹੁਤ ਸੋਹਣਾ ਗਰੋ ਕਰਦੇ ਆ। ਤੁਸੀਂ ਜਦੋਂ ਤੁਸੀਂ ਇੱਕ ਆਪਣਾ ਕ੍ਰੈਡਿਟ ਸਕੋਰ ਚੰਗਾ ਰੱਖੋ ਤੇ ਆਪਣੇ ਜਿਹੜੀਆਂ ਹਾਰਡ ਵਰਕ ਕਰੀ ਜਾਓ ਕਿ ਤੁਸੀਂ ਇਸ ਕੰਟਰੀ ਦੇ ਵਿੱਚ ਸਮੇਂ ਆਉਣ ਦੇ ਨਾਲ ਚੰਗੇ ਕੰਸਲਟੈਂਟ ਨੂੰ ਮਿਲੋ, ਰੀਅਲ estate ਕੰਸਲਟੈਂਟ ਨੂੰ ਮਿਲੋ। ਉਹ ਤੁਹਾਨੂੰ ਐਡਵਾਈਜ਼ ਕਰੂਗਾ ਕਿ ਤੁਸੀਂ ਹੁਣ ਦੂਜਾ ਘਰ ਲੈ ਸਕਦੇ ਆ, ਤੁਸੀਂ ਹੁਣ ਦੂਜੇ ਤੋਂ ਬਾਅਦ ਤੀਜਾ ਲੈ ਸਕਦੇ ਆ, ਜਾਂ ਤੁਸੀਂ ਆਪਣੇ ਘਰ ਨੂੰ ਅਪਗ੍ਰੇਡ ਕਰ ਸਕਦੇ ਆ। ਦੇਖੋ ਇਸ ਕੰਟਰੀ ਦੇ ਵਿੱਚ ਜਦੋਂ ਤੁਸੀਂ ਚੌਥਾ ਘਰ ਲੈਂਦੇ ਆ, ਇਹ ਟਾਰਗੇਟ ਆ ਕਿ ਉਹ ਫ੍ਰੀ ਹੋ ਜਾਂਦੇ ਆ। ਪਹਿਲਾ ਘਰ ਫ੍ਰੀ ਹੋ ਜਾਂਦਾ। ਜਦੋਂ ਚੌਥਾ ਘਰ ਸਵਿਚ ਕਿੱਦਾਂ ਕਰਦੇ ਆ, ਕਿੱਦਾਂ ਗਰੋ ਕਰ ਰਹੇ ਆ, ਕਿਹੜੇ ਸਾਈਡ ਨੂੰ ਜਾ ਰਹੇ ਆ, ਇਹ ਡਿਪੈਂਡ ਕਰਦਾ। ਪਰ ਜੇ ਤੁਹਾਡੇ ਕੋਲ ਚੰਗੀ ਗਾਈਡੈਂਸ ਹੈਗੀ ਆ, ਦੈਨ ਯੂ ਵਿਲ ਬੀ ਫ੍ਰੀ ਯੂਰ ਹੋਮ, ਰਾਈਟ। ਸੋ ਆਲ ਦਾ ਟਾਈਮ ਨੌਲੇਜ, ਮੇਰਾ ਤਾਂ ਐਂਡ ਦਾ ਇਹ ਹੈ ਕਿ ਚੰਗੇ ਨੌਲੇਜ ਵਾਲੀ ਹੋਣੀ ਚਾਹੀਦੀ ਹੈ ਨਾ। ਸੋ ਵੀਰੇ ਵੈਸੇ ਵੀ ਤੁਸੀਂ ਬੜੀਆਂ ਨੌਲੇਜ ਦੀਆਂ ਗੱਲਾਂ ਦੱਸੀਆਂ, ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਜਲਦੀ ਐਪੀਸੋਡ 'ਚ ਮਿਲਦੇ ਆ ਨਵੀਆਂ ਗੱਲਾਂ ਦੇ ਨਾਲ। ਥੈਂਕ ਯੂ ਭਰਤ, ਥੈਂਕ ਯੂ।